Hello and welcome students once again. ਅੱਜ ਜੋ ਮਲਟੀਮੀਡੀਆ ਐਂਡ ਐਨੀਮੇਸ਼ਨ ਟੈਕਨੋਲੋਜੀਜ਼ ਦੇ ਵਿੱਚ ਆਪਾਂ ਚੈਪਟਰ ਦੇਖ ਰਹੇ ਹਾਂ ਦੈਟ ਇਜ਼ ਚੈਪਟਰ ਨੰਬਰ 5 ਵਿਚ ਇਜ਼ ਮਲਟੀਮੀਡੀਆ ਆਥਰਿੰਗ ਟੂਲਸ। ਠੀਕ ਹੈ, ਸੋ ਪਹਿਲਾਂ ਗੱਲ ਕਰਦੇ ਹਾਂ ਆਥਰਿੰਗ ਸਿਸਟਮ ਦੀ। ਆਥਰਿੰਗ ਸਿਸਟਮ ਇੱਕ ਉਹ ਪ੍ਰੋਗਰਾਮ ਹੈ ਜਿਸ ਦੇ ਵਿੱਚ ਪ੍ਰੀ ਪ੍ਰੋਗਰਾਮਡ ਐਲੀਮੈਂਟਸ ਹੁੰਦੇ ਨੇ ਇੰਟਰੈਕਟਿਵ ਮਲਟੀਮੀਡੀਆ ਨੂੰ ਡਿਜ਼ਾਈਨ ਕਰਨ ਦੇ ਲਈ, ਡਿਵੈਲਪ ਕਰਨ ਦੇ ਲਈ। ਠੀਕ ਹੈ, ਸੋ ਆਥਰਿੰਗ ਟੂਲ ਆਥਰਿੰਗ ਸਿਸਟਮਸ ਇੱਕ ਇੱਦਾਂ ਦੇ ਸਿਸਟਮ ਨੇ ਜਿੱਥੇ ਕਿ ਤੁਹਾਡੇ ਕੋਲ ਪਹਿਲਾਂ ਹੀ ਕੁਛ ਨਾ ਕੁਛ ਚੀਜ਼ਾਂ ਬਣੀਆਂ ਹੁੰਦੀਆਂ ਨੇ ਤਾਂ ਕਿ ਤੁਸੀਂ ਇੱਕ ਜਿਹੜਾ ਮਲਟੀਮੀਡੀਆ ਦੇ ਬੇਸ 'ਤੇ ਪ੍ਰੋਜੈਕਟ ਤਿਆਰ ਕਰ ਰਹੇ ਹੋ ਜਿਸ ਦੇ ਵਿੱਚ ਆਡੀਓ, ਵੀਡੀਓਜ਼ ਐਂਡ ਇਮੇਜਿਸ ਵਗੈਰਾ ਤੁਸੀਂ ਇਨਕਲੂਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਸਾਰੀਆਂ ਚੀਜ਼ਾਂ ਕਰ ਸਕੋ ਅਤੇ ਇੱਕ ਪੂਰਾ ਮਲਟੀਮੀਡੀਆ ਪ੍ਰੋਜੈਕਟ ਤੁਸੀਂ ਤਿਆਰ ਕਰ ਸਕੋ। ਆਥਰਿੰਗ ਸਿਸਟਮਸ ਕਾਫੀ ਅਲੱਗ-ਅਲੱਗ ਹੋ ਸਕਦੇ ਨੇ ਆਪਣੀਆਂ ਓਰੀਐਂਟੇਸ਼ਨ ਦੇ ਵਿੱਚ। ਓਰੀਐਂਟੇਸ਼ਨ ਮਤਲਬ ਤੁਸੀਂ ਲੈਂਡਸਕੇਪ ਜਾਂ ਪੋਰਟਰੇਟ ਮੋਡਸ ਜਾਂ ਕੈਪੇਬਿਲਿਟੀਜ਼ ਜਾਂ ਉਹਨਾਂ ਨੂੰ ਸਿੱਖਣ ਦੇ ਮੈਥਡ ਤੋਂ। ਠੀਕ ਹੈ, ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਡਿਫਰੈਂਸ ਹੋ ਸਕਦਾ, ਬਟ ਇੱਦਾਂ ਦੀ ਨਹੀਂ ਹੈ ਕਿ ਦੇਰ ਇਜ਼ ਨੋ ਸੱਚ ਥਿੰਗ ਐਜ਼ ਅ ਕੰਪਲੀਟਲੀ ਪੁਆਇੰਟ ਐਂਡ ਕਲਿੱਕ ਆਟੋਮੇਟਿਡ ਆਥਰਿੰਗ ਸਿਸਟਮ। ਸਮ ਨੌਲੇਜ ਐਲਗੋਰਿਦਮ ਡਿਜ਼ਾਈਨ ਇਜ਼ ਨੈਸੈਸਰੀ। ਆਥਰਿੰਗ ਇਜ਼ ਐਕਚੁਅਲੀ ਜਸਟ ਅ ਸਪੀਡ ਅਪ ਫਾਰਮ ਆਫ ਪ੍ਰੋਗਰਾਮਿੰਗ। ਦੇਖੋ, ਆਥਰਿੰਗ ਇੱਦਾਂ ਨਹੀਂ ਹੈ ਕਿ ਸਾਰਾ ਕੁਛ ਬੈਠੇ ਬਿਠਾਏ ਹੋ ਜਾਏਗਾ। ਕੁਛ ਨੌਲੇਜ ਤੁਹਾਨੂੰ ਚਾਹੀਦੀ ਹੈ, ਕੁਛ ਕ੍ਰੀਏਟੀਵਿਟੀ ਤੁਹਾਡੇ 'ਚ ਵੀ ਹੋਣੀ ਚਾਹੀਦੀ ਹੈ। ਤੁਹਾਨੂੰ ਪਤਾ ਹੋਵੇ ਕਿਹੜੇ ਡਿਜ਼ਾਈਨਸ ਨੂੰ ਕਿੱਥੇ ਰੱਖਣਾ, ਕਿਹੜੇ ਐਲੀਮੈਂਟਸ ਨੂੰ ਕਿਵੇਂ ਪਲੇਸ ਕਰਨਾ। ਠੀਕ ਹੈ, ਹਾਂ, ਆਥਰਿੰਗ ਤੁਹਾਡੀ ਹੈਲਪ ਜ਼ਰੂਰ ਕਰਦਾ। ਉਸ ਤੋਂ ਬਾਅਦ ਇੰਪੋਰਟੈਂਸ ਦੀ ਗੱਲ ਕਰਦੇ ਹਾਂ। ਆਥਰਿੰਗ ਸਿਸਟਮਸ ਦੀ ਇੰਪੋਰਟੈਂਸ ਕੀ ਹੈ? ਓਕੇ, ਸੋ ਇੰਪੋਰਟੈਂਸ ਦੀ ਅਗਰ ਗੱਲ ਕਰਾਂ ਤਾਂ ਰਫਲੀ ਇੱਕ ਐਸਟੀਮੇਟ ਹੈ ਸਟੂਡੈਂਟਸ ਕਿ 1/8 ਆਪਣੇ ਕੋਲ ਟਾਈਮ ਲੱਗਦਾ ਅਗਰ ਆਪਾਂ ਕਿਸੇ ਵੀ ਸਿਸਟਮ ਨਾਲ ਆਪਾਂ ਡਿਵੈਲਪ ਕਰ ਰਹੇ ਹਾਂ। Okay, so it generally takes about 1/8 the time to develop an interactive multimedia project such as a CBT computer based training program in an authoring system as opposed to the programming it in a compiled code. This means 1/8 the cost of the programmer time and likely increase the reuse of the code. देखो 1/8 ठीक है ਜਿਹੜਾ ਆਪਾਂ ਕਹਿ ਲਈਏ। ਫੋਰ ਐਗਜ਼ਾਮਪਲ ਅਗਰ ਤੁਹਾਨੂੰ ਕਿਸੇ ਕੰਮ ਦੇ ਵਿੱਚ ਤੁਹਾਨੂੰ ਪ੍ਰੋਗਰਾਮਿੰਗ ਦੇ ਥਰੂ 8 ਘੰਟੇ ਲੱਗ ਰਹੇ ਸੀ ਕਿਸੇ ਪ੍ਰੋਜੈਕਟ ਨੂੰ ਡਿਜ਼ਾਈਨ ਕਰਨ ਦੇ ਲਈ, ਤਾਂ ਆਥਰਿੰਗ ਟੂਲ ਦੀ ਹੈਲਪ ਦੇ ਨਾਲ ਤੁਹਾਨੂੰ ਉਹੀ ਸਾਰਾ ਕੰਮ ਜਿਹੜਾ ਹੈ ਤੁਸੀਂ ਉਹ 1 ਘੰਟੇ ਦੇ ਵਿੱਚ ਆਲਮੋਸਟ ਫਿਨਿਸ਼ ਕਰ ਸਕਦੇ ਹੋ। ਠੀਕ ਹੈ, ਹਾਲਾਂਕਿ ਗੱਲ ਕਰੀਏ ਕਿ ਦ ਕੰਟੈਂਟ ਕ੍ਰੀਏਸ਼ਨ ਹੈ ਜਿਹੜੀ ਇਜ਼ ਨਾਟ ਜਨਰਲੀ ਅਫੈਕਟਡ ਬਾਈ ਦ ਚੋਇਸ ਆਫ ਐਨ ਆਥਰਿੰਗ ਸਿਸਟਮ। ਆਥਰਿੰਗ ਸਿਸਟਮ ਦਾ ਮਤਲਬ ਹੈ ਰਾਜੇ ਕਿ ਵੀਡੀਓ ਐਂਡ ਆਡੀਓਸ ਨੂੰ ਤੁਸੀਂ ਯੂਜ਼ ਕਰਨਾ, ਬਟ ਵੀਡੀਓ ਅਤੇ ਆਡੀਓ ਦੀ ਕੁਆਲਿਟੀ ਹੈ ਉਹ ਤੁਹਾਡੇ ਆਥਰਿੰਗ ਟੂਲ ਦੇ ਉੱਪਰ ਡਿਪੈਂਡ ਨਹੀਂ ਕਰੇਗੀ, ਕਿਉਂਕਿ ਉਹ ਤੁਸੀਂ ਅਲੱਗ-ਅਲੱਗ ਜੋ ਇਕੁਇਪਮੈਂਟਸ ਨੇ, ਗੈਜਟਸ ਨੇ, ਕੈਮਰਾਜ਼ ਨੇ, ਉਹਨਾਂ ਦੇ ਥਰੂ ਤੁਸੀਂ ਕੈਪਚਰ ਕਰੋਗੇ। ਠੀਕ ਹੈ, ਸੋ ਪ੍ਰੋਡਕਸ਼ਨ ਟਾਈਮ ਦੀ ਅਸੀਂ ਇੱਥੇ ਗੱਲ ਨਹੀਂ ਕਰ ਰਹੇ ਹੈਗੇ, ਅਸੀਂ ਡਿਜ਼ਾਈਨਿੰਗ ਅਤੇ ਡਿਵੈਲਪਮੈਂਟ ਟਾਈਮ ਦੀ ਗੱਲ ਕਰ ਰਹੇ ਹਾਂ। ਨੈਕਸਟ ਹੈ ਆਪਣੇ ਕੋਲ ਮਲਟੀਮੀਡੀਆ ਆਥਰਿੰਗ ਪੈਰਾਡਾਈਮਸ। ਪੈਰਾਡਾਈਮਸ ਕੀ ਹੁੰਦੇ ਆ ਰਾਜੇ ਕਿ ਬੇਸਿਕ ਜਿਹੜਾ ਕਨਸੈਪਟ ਹੈ ਮਲਟੀਮੀਡੀਆ ਆਥਰਿੰਗ ਟੂਲਸ ਦੇ, ਜਿਹੜਾ ਅੰਡਰਲਾਈਨ ਕਨਸੈਪਟ ਹੈ ਉਹ ਕਿਹੜੇ ਕਨਸੈਪਟ ਦੇ ਬੇਸ 'ਤੇ ਇਹ ਟੂਲਸ ਕੰਮ ਕਰਦੇ ਆ। ਸੋ ਪਹਿਲਾਂ ਗੱਲ ਕਰਦੇ ਹਾਂ ਅਸੀਂ ਸਕ੍ਰਿਪਟਿੰਗ ਲੈਂਗੁਏਜ। ਸੋ ਸਕ੍ਰਿਪਟਿੰਗ ਪੈਰਾਡਾਈਮ ਇਜ਼ ਅ ਆਥਰਿੰਗ ਮੈਥਡ ਕਲੋਜ਼ੈਸਟ ਇਨ ਦਾ ਫਾਰਮ ਆਫ ਦਾ ਟ੍ਰੈਡੀਸ਼ਨਲ ਪ੍ਰੋਗਰਾਮਿੰਗ। ਜਿਵੇਂ ਤੁਸੀਂ ਪ੍ਰੋਗਰਾਮਿੰਗ ਕਰਦੇ ਹੋ ਨਾ, ਜਿਵੇਂ ਆਪਣੀ ਸੀ ਦੇ ਵਿੱਚ ਜਾਂ ਪਾਈਥਨ ਦੇ ਵਿੱਚ, PHP ਦੇ ਵਿੱਚ, ਇਹਨਾਂ ਚੀਜ਼ਾਂ 'ਚ ਪ੍ਰੋਗਰਾਮਿੰਗ ਕਰਦੇ ਹੋ। ਸਕ੍ਰਿਪਟਿੰਗ ਬੇਸਡ ਜਿਹੜੇ ਆਥਰਿੰਗ ਟੂਲਸ ਹੁੰਦੇ ਨੇ ਉਹ ਵੀ ਇੱਦਾਂ ਹੀ ਹੁੰਦੇ ਨੇ। ਉਹਨਾਂ ਦੇ ਵਿੱਚ ਤੁਸੀਂ ਕੁਛ ਨਾ ਕੁਛ ਸਕ੍ਰਿਪਟ ਲਿਖਦੇ ਹੋ ਤਾਂ ਕਿ ਤੁਹਾਡਾ ਕੋਈ ਐਕਸ਼ਨ ਪਰਫੋਰਮ ਹੋਵੇ, ਕੋਈ ਬਟਨ ਕ੍ਰੀਏਟ ਹੋਵੇ ਤਾਂ ਕਲਿੱਕ ਹੋਵੇ ਅਤੇ ਉਸ ਤੋਂ ਬਾਅਦ ਫਿਰ ਕੋਈ ਐਕਸ਼ਨ ਪਰਫੋਰਮ ਹੋਵੇ। ਇਹ ਸਾਰੀਆਂ ਚੀਜ਼ਾਂ ਤੁਸੀਂ ਸਕ੍ਰਿਪਟਿੰਗ ਦੀ ਫਾਰਮ ਦੇ ਵਿੱਚ ਕਰਦੇ ਹੋ। ਸੋ ਲਾਈਕ ਇਸ ਦੇ ਵਿੱਚ ਕੀ ਹੋ ਜਾਂਦਾ ਕਿ ਦ ਪੈਰਾਡਾਈਮ ਇਜ਼ ਦੈਟ of the programming language which specifies the multimedia element sequencing, hotspots, synchronizations. ਸੋ ਪੈਰਾਡਾਈਮ ਕੀ ਹੁੰਦਾ ਬੇਸਿਕਲੀ, ਪ੍ਰੋਗਰਾਮਿੰਗ ਲੈਂਗੁਏਜ ਦਾ ਪੈਰਾਡਾਈਮ ਕੀ ਹੁੰਦਾ ਖਾਸ ਕਰਕੇ ਮਲਟੀਮੀਡੀਆ ਦੇ ਕੇਸ ਦੇ ਵਿੱਚ, ਕਿ ਐਲੀਮੈਂਟਸ ਨੂੰ ਕਿੱਦਾਂ ਰੱਖਣਾ, ਕਿੱਦਾਂ ਉਹਨਾਂ ਦੀ ਸੀਕੁਐਂਸਿੰਗ ਕਰਨੀ ਹੈ, ਕਿੱਦਾਂ ਉਹਨਾਂ ਦੀ ਸਿੰਕਰੋਨਾਈਜੇਸ਼ਨ ਕਰਨੀ ਹੈ। ਮਤਲਬ ਇਹ ਨਾ ਹੋਵੇ ਕਿ ਵੀਡੀਓ ਅੱਗੇ ਚੱਲ ਰਹੀ ਹੈ, ਆਵਾਜ਼ ਪਿੱਛੇ ਰਹਿ ਗਈ, ਜਾਂ ਆਵਾਜ਼ ਅੱਗੇ ਚੱਲ ਰਹੀ ਹੈ, ਵੀਡੀਓ ਪਿੱਛੇ ਰਹਿ ਗਈ। ਠੀਕ ਹੈ, ਸੋ ਅ ਪਾਵਰਫੁਲ ਆਬਜੈਕਟ ਓਰੀਐਂਟਡ ਸਕ੍ਰਿਪਟਿੰਗ ਲੈਂਗੁਏਜ ਯੂਜ਼ਲੀ ਇਜ਼ ਦਾ ਸੈਂਟਰ ਪੀਸ। ਸੋ ਇੱਕ ਪਾਵਰਫੁਲ ਲੈਂਗੁਏਜ ਹੋਊਗੀ ਤਾਂ ਹੀ ਉਹ ਇਸ ਸਕ੍ਰਿਪਟਿੰਗ ਬੇਸ 'ਤੇ ਜਿਹੜੇ ਆਥਰਿੰਗ ਟੂਲਸ ਨੇ ਉਹਨਾਂ ਨਾਲ ਵਧੀਆ ਕੰਮ ਕਰੂਗੀ। ਓਕੇ, ਨਾਓ ਨੈਕਸਟ ਹੈ ਸਕ੍ਰਿਪਟਿੰਗ ਲੈਂਗੁਏਜਿਸ ਵੇਰੀ ਕਰਦੀਆਂ ਨੇ। ਠੀਕ ਹੈ ਨਾ, ਸੋ ਅਲੱਗ-ਅਲੱਗ ਹੈਗੀਆਂ। ਤੁਹਾਨੂੰ ਚੈੱਕ ਕਰਨਾ ਪਊਗਾ ਕਿ ਤੁਹਾਡੇ ਪ੍ਰੋਜੈਕਟ ਦੇ ਲਈ ਕਿਹੜੀ ਲੈਂਗੁਏਜ ਸੂਟ ਕਰਦੀ ਹੈ ਤਾਂ ਤੁਸੀਂ ਉਸ ਅਕੋਰਡਿੰਗਲੀ ਉਸ ਨੂੰ ਚੂਜ਼ ਕਰ ਸਕਦੇ ਹੋ। ਓਕੇ, ਨਾਓ ਇਸ ਦੇ ਵਿੱਚ ਆਪਾਂ ਕੁਛ ਦੇਖ ਸਕਦੇ ਹਾਂ ਐਗਜ਼ਾਮਪਲਸ, ਲਾਈਕ ਐਪਲਸ ਦੀ ਹਾਈਪਰਟਾਕ ਹੈ ਫॉर ਹਾਈਪਰ ਕਾਰਡ। ਠੀਕ ਹੈ, ਦੈਨ ਏਸਮੈਟ੍ਰਿਕਸ ਓਪਨ ਸਕ੍ਰਿਪਟ ਫॉर ਟੂਲ ਬਾਕਸ ਐਂਡ ਲਿੰਗੋ ਸਕ੍ਰਿਪਟਿੰਗ ਲੈਂਗੁਏਜ ਫॉर ਮੈਕਰੋਮੀਡੀਆ ਡਾਇਰੈਕਟਰ। ਸੋ ਸਾਰੀਆਂ ਜ਼ਰੂਰਤ ਨਹੀਂ ਹੈ, ਤੁਸੀਂ ਕੁਛ ਇੱਕ ਐਗਜ਼ਾਮਪਲ ਲਿਖ ਸਕਦੇ ਹੋ। ਸੋ ਫॉर ਐਗਜ਼ਾਮਪਲ ਆਹ ਦੇਖੋ ਇੱਥੇ ਕੋਡ ਲਿਖਿਆ ਹੋਇਆ ਛੋਟਾ ਜਿਹਾ। ਸੋ ਇਹ ਕੋਡ ਨੂੰ ਵੀ ਯਾਦ ਕਰਨ ਦੀ ਜ਼ਰੂਰਤ ਨਹੀਂ ਹੈ, ਬਸ ਇਹ ਯਾਦ ਰੱਖੋ ਕਿ ਸਕ੍ਰਿਪਟਿੰਗ ਲੈਂਗੁਏਜ ਦੇ ਵਿੱਚ ਜਾਂ ਸਕ੍ਰਿਪਟਿੰਗ ਪੈਰਾਡਾਈਮ ਦੇ ਬੇਸ ਦੇ ਉੱਪਰ ਜਿਹੜੇ ਆਥਰਿੰਗ ਟੂਲਸ ਹੁੰਦੇ ਨੇ ਉਹਨਾਂ ਦੇ ਵਿੱਚ ਪ੍ਰੋਗਰਾਮਿੰਗ ਲੈਂਗੁਏਜਿਸ ਦੇ ਨਾਲ ਕੰਮ ਕੀਤਾ ਜਾਂਦਾ ਹੈ। ਨੈਕਸਟ ਹੈ ਆਈਕੋਨਿਕ ਔਰ ਸਲੈਸ਼ ਫਲੋ ਕੰਟਰੋਲ। ਇਹ ਉੱਦਾਂ ਦੇ ਟੂਲਸ ਹੁੰਦੇ ਨੇ ਰਾਜੇ, ਇਹ ਉੱਦਾਂ ਦਾ ਸਟਾਈਲ ਹੁੰਦਾ ਆਥਰਿੰਗ ਸਟਾਈਲ ਜਿਸ ਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਆਈਕਨਸ ਦੇ ਬੇਸ ਦੇ ਉੱਪਰ ਕੰਮ ਕਰਦੇ ਹਾਂ। ਡਰੈਗ ਐਂਡ ਡਰੋਪ ਹੁੰਦਾ ਹੈਗਾ, ਆਈਕਨਸ ਨਾਲ ਅਸੀਂ ਕਨੈਕਟ ਕਰਦੇ ਹਾਂ, ਕਨੈਕਟ ਕਰਕੇ ਫਿਰ ਸਾਡੇ ਕੋਲ ਇੱਕ ਫਲੋ ਬਣਦਾ ਹੈਗਾ।
ठीक है। ये उदां काम करता है अपने को, इत्थे ज़्यादा कोई प्रोग्रामिंग की नॉलेज सानू नहीं चाहिए, ठीक है। सो फ्लो के उपर ही सारा काम करता है। सो ये जोड़े प्रोग्राम्स होंगे ने ये दे आर टेंड टू बी स्लोएस्ट रन टाइम्स बिकॉज ईच इंटरैक्शन कैरीज विद इट ऑल पॉसिबल परमिटेशन। द हायर एंड पैकेजेस सच एज ऑथरवेयर और आइकन ऑथर आर एक्सट्रीमली पावरफुल। इस थोड़ा जिहा टाइम लगता, थोड़े जे स्लो होंगे ने कंपैरेटिव, ठीक है ना। सो ऑथरवेयर तो आइकन ऑथर ये दो टूल बहुत इंपॉर्टेंट टूल ने जोड़े आइकन बेस्ड काम करते हैं। नैक्सट आ जाता फ्रेम। फ्रेम के केस से अगर गल करिए तो जोड़ा फ्रेम पैराडाइम है it is very similar to the iconic or flow control paradigm in that it is usually incorporates an icon palette, ठीक है। सो इस भी एक आइकन का पैलेट ही होंगे। हाउएवर अगर गल करिए कि द लिंक ड्रॉ बिटवीन द आइकन्स आर द कंसैप्चुअल एंड नॉट ऑलवेज रिप्रजेंट द एक्चुअल फ्लो ऑफ द प्रोग्राम। सो ये हो जाता भी जोड़े आइकन्स के जोड़े लिंक्स बने होंगे ने, ठीक है, वो कई बार कंसैप्चुअल होंगे ने एंड उन्होंने एक्चुअल जो फ्लो होंगे वो प्रेजेंट नहीं होंगे। सो इट इज़ अ वेरी फास्ट डेवलपमेंट सिस्टम बट इट रिक्वायर्स अ गुड ऑटो डिबगिंग फंक्शनस। इट इज़ विजुअली अनडिबगेबल। तुसीं इसनूं फास्ट तो है थोड़ा जहा बट इसनूं डिबगिंग जी करनी है वो थोड़ा जिस क्रिटिकल एलीमेंट आ जाता है, ठीक है। डिबगिंग मतलब की होंगे कि इस कोई एरर्स वगैरह है तो रिमूव करने। Best of these have bundled compiled language scripting such as Quest or Apple Media Kit. So is the examples are. Then card and scripting. Card scripting की अगर गल करिए तो card scripting paradigm provides a great deal of the power but suffer from the index card structure. It is excellent suited for hypertext application. जिथे तुसी students web based काम करना है hypertext या hypermedias include करने हो उथे तुसी इसनूं use कर सकते हो, ठीक है। So they are widely used for shareware applications. Okay, so the best application allow all the objects to be scripted. Many entertainment applications are prototyped in a card scripting system prior to the compiled language coding. Compiled language coding तो पहला ਜਿਹੜੇ ਸੀਗੇ ਉਹ card scripting ਦੇ ਬੇਸ ਤੇ ਉੱਪਰ ਚੱਲਦੇ ਹੁੰਦੇ ਸੀ ਤਾਂ ਉੱਥੇ ਅਸੀਂ ਇਸ ਨੂੰ ਜ਼ਿਆਦਾ ਯੂਜ਼ ਕਰਦੇ ਸੀ। Then comes cast, score or scripting. ਇਸ ਦੇ ਵਿੱਚ ਕੀ ਹੈ students? Cast, score, scripting paradigm uses a music score as its primary authoring metaphor. The synchronous elements are shown in the various horizontal tracks with the simultaneously shown via vertical columns. The true power of this metaphor lies in the ability to script the behavior of each of the cast members. Most popular member of this paradigm is the director, which is used in the creation of the many commercial applications. इस दे विच students जिहड़ा music score है that is playing a major role. Okay. एंड काफ़ी सारे डिफरेंट ट्रैक्स होंगे ने, ठीक है, साइमल्टेनियसली ट्रैक्स होंगे ने, उन्होंने तुसीं सिंक्रोनाइज कर सकते हो। ओके, सो नैक्सट इज़ द हायरार्किकल ऑब्जेक्ट। हायरार्किकल ऑब्जेक्ट पैराडाइम यूजेस अ ऑब्जेक्ट मेटाफोर विच इज़ विजुअली represented by embedded objects and iconic properties. Although the learning curve is non-trivial, the visual representation of object can make very complicated construction possible. इस दे विच स्टूडेंट्स की हुंदा गा कि जिन्नियां भी कंपलैक्स स्ट्रक्चर जो तुसीं बनाने आ वो बना सकते हो। हालांकि जिहड़ी लर्निंग कवर है दैट इज़ नॉन ट्रिवियल, ठीक है। मतलब की है कि बेसिक जिहड़ियां बहुत बेसिक जिहड़ियां डिटेल्स ने वो नहीं तुहानूं मिलदियां हैगियां, ठीक है। सो अगर तुसीं ये टूल यूज़ करना चाहुंदे हो इस बेस ते तुसीं कर सकते हो। दैन हाइपरमीडिया लिंकेज, जिथे अपना हाइपरमीडिया की गल आ जाती है उत्थे आपां हाइपरमीडिया लिंकेज बेस्ड जिहड़े पैराडाइम बेस्ड जिहड़े टूल्स ने वो यूज़ करांगे। दैन टैगिंग, द टैगिंग पैराडाइम यूजेस टैग्स इन द टेक्स्ट फाइल। सो टैग्स यूज़ करते हैं आपां इत्थे आ जाती है SGML, स्टैंडर्डाइज जनरलाइज्ड मार्कअप लैंग्वेज या HTML या SMIL, VRML, 3DML एंड WinHelp। ये पेजेस ਨੂੰ ਲਿੰਕ ਕਰਨ ਦੇ ਲਈ, ਉਹਨਾਂ ਨੂੰ ਇੰਟਰੈਕਟਿਵਿਟੀ ਪ੍ਰੋਵਾਈਡ ਕਰਨ ਦੇ ਲਈ ਤੇ ਮਲਟੀਮੀਡੀਆ ਸਿਸਟਮਸ ਨੂੰ ਐਲੀਮੈਂਟਸ ਨੂੰ ਇੰਟੀਗ੍ਰੇਟ ਕਰਨ ਲਈ, ਜੋੜਨ ਲਈ ਇੱਕ ਦੂਜੇ ਨਾਲ ਉੱਥੇ ਯੂਜ਼ ਕਰਦੇ ਹਾਂ। ਸੋ ਇਹ ਸਟੂਡੈਂਟਸ ਕੁਝ ਪੈਰਾਡਾਈਮਸ ਨੇ। ਪੈਰਾਡਾਈਮਸ ਮਤਲਬ ਬੇਸਿਕ ਕਨਸੈਪਟਸ ਜੋ ਕਈ ਤਰ੍ਹਾਂ ਦੇ ਆਥਰਿੰਗ ਟੂਲਸ ਜੋ ਫੋਲੋ ਕਰਦੇ ਨੇ, ਠੀਕ ਹੈ। ਨੈਕਸਟ ਆਪਾਂ ਆ ਜਾਂਦੇ ਹਾਂ ਇਹ ਵੰਸ ਅਗੇਨ ਇਹਨਾਂ ਦੇ ਵਿੱਚ ਜਿਹੜੇ ਕੁਐਸਚਨਸ ਨੇ ਤੁਹਾਨੂੰ ਐਜ਼ ਸੱਚ ਨਹੀਂ ਆਉਣਗੇ, ਠੀਕ ਹੈ। ਸਿੰਪਲ ਆ ਸਕਦਾ ਕਿ ਵਟ ਆਰ ਦ ਵੇਰੀਅਸ ਮਲਟੀਮੀਡੀਆ ਆਥਰਿੰਗ ਪੈਰਾਡਾਈਮਸ, ਪਲੀਜ਼ ਐਕਸਪਲੇਨ, ठीक है ना। सो तुसीं एक्सप्लेन करने हैगे। सो उस दे विच तुसीं एक दो लाइनां जिहड़ियां हर एक टूल्स बारे तुहानूं पता होण, खास करके आइकॉनिक बेस्ड जिहड़े टूल्स ने, ठीक है, या हाइपरमीडिया हाइपर लिंकेजिंग बेस्ड जिहड़े टूल्स ने, सो वो ज़्यादा इंपॉर्टेंट ने अपने कोल। दैन नैक्सट आपां आउने हैगे आइकन बेस्ड ऑथरिंग टूल्स। ऑथरवेयर की गल करिए, ऑथरवेयर एक टूल है जिहड़ा कि आइकन बेस्ड है। इस दे विच तुसीं कंस्ट्रक्ट कर सकते हो या तुसीं ऑथर कर सकते हो एक मल्टीमीडिया पीस बाय जस्ट असैम्बलिंग द आइकन्स
ऑन अ फ्लो लाइन। एक फ्लो ਬਣਿਆ ਹੁੰਦਾ ਕਿ ਇਸ ਸਟੈਪ ਤੋਂ ਬਾਅਦ ਲੈਟਸ ਸੇ A ਸਟੈਪ ਤੋਂ ਬਾਅਦ B ਆਏਗਾ, B ਤੋਂ ਬਾਅਦ C ਆਏਗਾ, C ਤੋਂ ਬਾਅਦ D ਆਏਗਾ। ਦੈਨ ਤੁਸੀਂ ਉਹਨਾਂ ਸਟੈਪਸ ਦੇ ਉੱਪਰ ਤੁਸੀਂ ਕੀ ਕਰ ਸਕਦੇ ਹੋ, ਆਪਣੇ ਆਪਣੇ ਆਈਕਨਸ ਰੱਖ ਸਕਦੇ ਹੋ। ਲਾਈਕ A ਅਗਰ ਹੋ ਰਿਹਾ ਤਾਂ ਇੱਕ ਪ੍ਰੋਜੈਕਟ ਓਪਨ ਹੋ ਰਿਹਾ ਹੈ, ਜਾਂ A ਹੋ ਰਿਹਾ ਤਾਂ ਇੱਕ ਆਹ ਫਾਈਲ ਚੱਲ ਰਹੀ ਹੈ, ਵੀਡੀਓ ਫਾਈਲ ਚੱਲ ਰਹੀ ਹੈ। ਉਸ ਤੋਂ ਬਾਅਦ ਇਸ ਨੂੰ ਕਿਸੇ ਨੇ ਕਲਿੱਕ ਕੀਤਾ ਤਾਂ ਫਿਰ ਆਹ ਲਿੰਕ ਓਪਨ ਹੋ ਰਿਹਾ। ਸੋ ਦੈਟ ਇਜ਼ ਬੇਸਡ ਔਨ ਦ ਆਈਕਨਸ, ਠੀਕ ਹੈ। ਦੈਨ ਆਈਕਨ ਕੰਟੇਨ ਦ ਕੰਟੈਂਟ ਆਫ ਦ ਪੀਸ। ਸੋ ਡਿਫਰੈਂਟ ਟਾਈਪ ਆਫ ਆਈਕਨਸ ਇੱਥੇ ਹੋ ਸਕਦੇ ਆ, ਲਾਈਕ ਗ੍ਰਾਫਿਕਸ ਤੁਸੀਂ ਸ਼ੋ ਕਰ ਸਕਦੇ ਹੋ, ਟੈਕਸਟ ਸ਼ੋ ਕਰ ਸਕਦੇ ਹੋ, ਸਾਊਂਡ, ਡਿਜੀਟਲ ਮੂਵੀਜ਼ ਔਰ ਕੁਛ ਇੰਸਟਰਕਸ਼ਨਸ, ਠੀਕ ਹੈ। ਸੋ ਇਹਨਾਂ ਦਾ ਅਰੇਂਜਮੈਂਟ ਹੀ ਤੁਹਾਡਾ ਇੱਕ ਅਲਟੀਮੇਟਲੀ ਲੌਜਿਕ ਬਣਾਉਂਦਾ ਗਾ, ਜਿਸ ਨੂੰ ਤੁਸੀਂ ਸਟਰਕਚਰ ਜਾਂ ਆਰਕੀਟੈਕਚਰ ਦੋਨੇ ਕਹਿ ਸਕਦੇ ਹੋ। ਆਥਰਵੇਅਰ ਦੇ ਵਿੱਚ ਤੁਸੀਂ ਆਈਕਨਸ ਨੂੰ ਡਰੈਗ ਕਰ ਸਕਦੇ ਹੋ। ਦੈਨ ਆਈਕਨ ਪੈਲਟ ਇਜ਼ ਲਾਈਕ ਅ ਬੋਟਮਲੈਸ ਵੈਲ। You can drag up to 32,761 icons from the icon palette into a single file, but it is best to create the small modular pieces which are much easier to work। ਹਾਲਾਂਕਿ ਤੁਸੀਂ 32,761 ਦੇ ਅਪਰੋਕਸੀਮੇਟ ਤੁਸੀਂ ਆਈਕਨਸ ਮਤਲਬ ਇੱਕ ਫਾਈਲ 'ਚ ਐਡ ਕਰ ਸਕਦੇ ਹੋ, ਬਟ ਇਹ ਹਮੇਸ਼ਾ ਸੁਜੈਸਟ ਕੀਤਾ ਜਾਂਦਾ ਕਿ ਕਿਸੇ ਵੀ ਫਾਈਲ ਨੂੰ ਇੰਨਾ ਲੰਬਾ ਨਾ ਬਣਾਇਆ ਜਾਵੇ, ਅਤੇ ਅਗਰ ਲੰਬੀ ਫਾਈਲ ਬਣ ਰਹੀ ਹੈ ਤਾਂ ਉਸ ਨੂੰ ਮੋਡਿਊਲਸ 'ਚ ਡਿਵਾਈਡ ਕਰ ਲਿਆ ਜਾਵੇ, ਤਾਂ ਕਿ ਕੱਲ੍ਹ ਨੂੰ ਉਸ 'ਚ ਕੁਛ ਲੱਭਣਾ ਹੈ, ਕੁਛ ਮੋਡੀਫਿਕੇਸ਼ਨ ਕਰਨੀ ਹੈ, ਈਜ਼ੀ ਰਹਿਣ। ਦੈਨ ਫਲੋ ਲਾਈਨ ਅਪੀਅਰਸ ਇਨ ਦਾ ਡਿਜ਼ਾਈਨ ਵਿੰਡੋ। ਜਿਹੜੀ ਫਲੋ ਲਾਈਨ ਹੈ ਉਹ ਡਿਜ਼ਾਈਨ ਵਿੰਡੋ ਦੇ ਵਿੱਚ ਦਿਖਦੀ ਹੈ। ਦੈਟ ਇਜ਼ ਵੇਅਰ ਯੂ ਅਰੇਂਜ ਦਾ ਆਈਕਨਸ ਐਂਡ ਕੰਸਟਰਕਟ ਦਾ ਲੌਜਿਕ ਆਫ ਦਾ ਪੀਸ। ਇਹ ਉਹੀ ਜਗ੍ਹਾ ਹੈਗੀ ਜਿੱਥੇ ਤੁਸੀਂ ਆਈਕਨਸ ਨੂੰ ਅਰੇਂਜ ਕਰਦੇ ਹੋ, ਅਤੇ ਜਿਹੜਾ ਅਲਟੀਮੇਟ ਤੁਹਾਡਾ ਲੌਜਿਕ ਹੈ ਉਸ ਨੂੰ ਤੁਸੀਂ ਡਿਜ਼ਾਈਨ ਕਰਦੇ ਹੋ, ਠੀਕ ਹੈ। ਆਈਕਨਸ ਆਰਡਰ ਇਨ ਦਾ ਫਲੋ ਲਾਈਨ ਡਿਟਰਮਾਈਨ ਦਾ ਆਰਡਰ ਇਨ ਵਿਚ ਈਵੈਂਟ ਟੇਕਸ ਪਲੇਸ ਵੈਨ ਦਾ ਪੀਸ ਰਨ। ਫਲੋ ਲਾਈਨ ਦੇ ਵਿੱਚ ਜਿਹੜਾ ਆਈਕਨਸ ਦਾ ਆਰਡਰ ਹੈ ਉਹ ਬਹੁਤ ਇੰਪੋਰਟੈਂਟ ਹੈ। ਉਹ ਇਹੀ ਇਨਸ਼ੋਰ ਕਰਦਾ ਹੈ ਕਿ ਕਿਸ ਆਰਡਰ ਦੇ ਵਿੱਚ ਈਵੈਂਟਸ ਤੁਹਾਡੇ ਜਿਹੜੇ ਹੈਗੇ ਨੇ ਉਹ ਅਕਰ ਹੋਣਗੇ। When you run a piece, it appears in the presentation window. As you build a piece, you use the presentation window to lay out the text, graphic, buttons and all other visual elements that make up the piece, ਠੀਕ ਹੈ। ਸੋ ਪ੍ਰੈਜੈਂਟੇਸ਼ਨ ਵਿੰਡੋ 'ਚ ਤੁਹਾਡਾ ਜਿਹੜਾ ਸਾਰਾ ਜਦੋਂ ਤੁਸੀਂ ਆਪਣਾ ਜਿਹੜਾ ਪ੍ਰੋਜੈਕਟ ਦਾ ਪੀਸ ਬਣਾਇਆ ਹੈਗਾ, ਜਿਹੜਾ ਪ੍ਰੋਜੈਕਟ ਤੁਸੀਂ ਬਣਾਇਆ ਉਹ ਰਨ ਕਰੋਗੇ, ਉਹ ਸਾਰਾ ਤੁਹਾਡਾ ਪ੍ਰੈਜੈਂਟੇਸ਼ਨ ਵਿੰਡੋ 'ਚ ਸ਼ੋ ਹੋਏਗਾ। ਉਸ ਤੋਂ ਬਾਅਦ ਸਟੂਡੈਂਟਸ ਆ ਜਾਂਦਾ ਸਕ੍ਰਿਪਟਿੰਗ ਫॉर ਮਲਟੀਮੀਡੀਆ। Script, that is sometimes called storyboarding also. It is a basic building block of the multimedia courseware development. Storyboarding is a sequence of simply drawn pictures that visually depict a program. In preparing the interactive multimedia, normally the script is a storyboard. As such, both the terms script and storyboard are used interchangeably, though they have their differences. The difference being that script can also be written without visuals, whereas storyboard is always a visually illustrated script. ਸੋ ਸਟੂਡੈਂਟਸ ਕੀ ਹੁੰਦਾ ਗਾ, ਦੇਖੋ ਇੱਕ ਫਿਲਮ ਦੇ ਵਿੱਚ ਵੀ ਅਗਰ ਮੈਂ ਗੱਲ ਕਰਾਂ ਤਾਂ ਫਿਲਮ ਦੇ ਵਿੱਚ ਵੀ ਤੁਸੀਂ ਦੇਖੋਗੇ ਇੱਕ ਸਟੋਰੀ ਟੈਲਿੰਗ ਹੁੰਦੀ ਹੈ ਨਾ, ਇੱਕ ਸਟੋਰੀ ਬਣਾਈ ਜਾਂਦੀ ਹੈ। ਮੰਨ ਲਓ ਕਿ ਕੋਈ ਇੱਕ ਮੂਵੀ ਦੇ ਵਿੱਚ ਦੋ ਐਰਾਜ਼ ਦਿਖਾਏ ਜਾ ਰਹੇ ਨੇ, ਠੀਕ ਹੈ। ਲੈਟਸ ਸੇ 90s ਦਾ ਐਰਾ ਦਿਖਾਇਆ ਜਾ ਰਿਹਾ, 2000s ਦਾ ਐਰਾ ਦਿਖਾਇਆ ਜਾ ਰਿਹਾ, ਤਾਂ ਕਿਵੇਂ ਦਿਖਾਉਣਾ ਹੈਗਾ, ਕਿਵੇਂ ਪ੍ਰੈਜੈਂਟ ਕਰਨਾ ਹੈਗਾ, ਕਿਸ ਤਰ੍ਹਾਂ ਸਟੋਰੀ ਬੁਣੀ ਜਾਏਗੀ, ਉਹ ਦੈਟ ਇਜ਼ ਕਾਲਡ ਬੇਸਿਕਲੀ ਸਟੋਰੀ ਬੋਰਡਿੰਗ, ਠੀਕ ਹੈ। ਅਤੇ ਆਪਣੀ ਮਲਟੀਮੀਡੀਆ ਦੇ ਵਿੱਚ ਦੋ ਚੀਜ਼ਾਂ ਇਨਵੋਲਵ ਹੁੰਦੀਆਂ ਨੇ, ਇੱਕ ਸਟੋਰੀ ਬੋਰਡਿੰਗ ਹੁੰਦੀ ਹੈ, ਇੱਕ ਸਕ੍ਰਿਪਟਿੰਗ ਹੁੰਦੀ ਹੈ। ਹਾਲਾਂਕਿ ਦੋਨਾਂ ਟਰਮਸ ਨੂੰ ਨਾ ਇੰਟਰਚੇਂਜੇਬਲੀ ਯੂਜ਼ ਕੀਤਾ ਜਾਂਦਾ ਹੈਗਾ, ਜਿੱਥੇ ਸਟੋਰੀ ਬੋਰਡਿੰਗ ਲਿਖਣਾ ਉੱਥੇ ਸਕ੍ਰਿਪਟਿੰਗ ਵੀ ਦੱਸਿਆ ਜਾਂਦਾ ਹੈ, ਸਕ੍ਰਿਪਟਿੰਗ ਲਿਖਣੀ ਉੱਥੇ ਸਟੋਰੀ ਬੋਰਡਿੰਗ ਦੱਸਿਆ ਜਾਂਦਾ। ਹਾਲਾਂਕਿ ਦੋਨਾਂ 'ਚ ਡਿਫਰੈਂਸ ਹੈ। ਸਕ੍ਰਿਪਟਿੰਗ ਬੇਸਿਕਲੀ ਕੀ ਹੁੰਦੀ ਹੈ, ਤੁਸੀਂ ਸਕ੍ਰਿਪਟਿੰਗ ਦੇ ਵਿੱਚ ਵੀ ਇਹੀ ਚੀਜ਼ਾਂ ਦੱਸ ਰਹੇ ਹੋ ਕਿ ਕਿਹੜੀ ਚੀਜ਼ ਕਿਵੇਂ ਪਰਫੋਰਮ ਹੋ ਰਹੀ ਹੈ, ਕਿਵੇਂ ਉਹਦਾ ਸਟੋਰੀ ਟੈਲਿੰਗ ਬਣੇਗੀ, ਬਟ ਉਹਦੇ ਵਿੱਚ ਵਿਜ਼ੂਅਲਸ ਨਹੀਂ ਹੁੰਦੇ, ਯਾਨੀ ਉਹਦੇ ਵਿੱਚ ਸਾਰੀ ਇੰਸਟਰਕਸ਼ਨਸ ਹੁੰਦੀਆਂ ਨੇ, ਵਿਜ਼ੂਅਲਸ ਨਹੀਂ ਹੁੰਦੇ, ਲਾਈਕ ਇਮੇਜਿਸ ਐਂਡ ਵੀਡੀਓਜ਼ ਵਗੈਰਾ ਕੁਛ ਨਹੀਂ ਹੁੰਦਾ। ਬਟ ਸਟੋਰੀ ਬੋਰਡਿੰਗ ਦੇ ਵਿੱਚ ਸਾਰਾ ਕੁਛ ਵਿਜ਼ੂਅਲੀ ਹੁੰਦਾ ਹੈਗਾ, ਤੁਸੀਂ ਉਸ ਵਿਜ਼ੂਅਲਸ ਦਿਖਾਉਂਦੇ ਹੋਗੇ ਕਿ ਇਹ ਚੀਜ਼ ਇੱਥੇ ਆਏਗੀ, ਇਹ ਚੀਜ਼ ਇੱਥੇ ਆਏਗੀ ਐਂਡ ਇਹ ਚੀਜ਼ ਇੱਥੇ ਆਏਗੀ। ਸੋ ਇਹ ਮੇਜਰ ਡਿਫਰੈਂਸ ਹੈ ਦੋਨਾਂ ਦੇ ਵਿੱਚ, ਸਕ੍ਰਿਪਟਿੰਗ ਦੇ ਵਿੱਚ ਅਤੇ ਸਟੋਰੀ ਬੋਰਡਿੰਗ ਦੇ ਵਿੱਚ। ਨਾਓ ਪ੍ਰੈਪਰੇਸ਼ਨ ਆਫ ਅ ਮਲਟੀਮੀਡੀਆ ਸਕ੍ਰਿਪਟ ਨੂੰ ਪ੍ਰਪੇਅਰ ਕਿਵੇਂ ਕਰਨਾ। ਸੋ ਇਸ ਦੇ ਵਿੱਚ ਵਿਜ਼ੂਅਲ ਥਿੰਕਿੰਗ ਅਤੇ ਵਿਜ਼ੂਅਲਾਈਜੇਸ਼ਨ ਬਹੁਤ ਇੰਪੋਰਟੈਂਟ ਹੈ। ਮਤਲਬ ਤੁਸੀਂ ਇੱਕ ਮਲਟੀਮੀਡੀਆ ਪ੍ਰੋਜੈਕਟ ਅਗਰ ਆਪਾਂ ਬਣਾ ਰਹੇ ਹਾਂਗੇ ਤਾਂ ਉਹਦੇ 'ਚ ਸੋਚਣਾ ਬਹੁਤ ਇੰਪੋਰਟੈਂਟ ਹੈ, ਵਿਜ਼ੂਅਲੀ ਸੋਚਣਾ ਬਹੁਤ ਇੰਪੋਰਟੈਂਟ ਹੈ ਕਿ ਆਹ ਚੀਜ਼ ਕਿੱਥੇ ਆਏਗੀ, ਲੈਟਸ ਸੇ ਜਿਹੜੀ ਇਹ ਪਾਰਟ ਹੈ ਉਹ ਕਿੱਥੇ ਡਿਸਪਲੇ ਹੋਏਗਾ, ਇਹ ਤੋਂ ਬਾਅਦ ਫਿਰ ਕਿਹੜਾ ਪਾਰਟ ਡਿਸਪਲੇ ਹੋਏਗਾ, ਕਿਵੇਂ ਡਿਸਪਲੇ ਹੋਏਗਾ, ਕਿਵੇਂ ਫਲੋ ਚੱਲੇਗਾ। ਸੋ ਉਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਸੋ ਦਾ ਡਿਕਟਮ ਇਜ਼ ਥਿੰਕ ਵਿਜ਼ੂਅਲੀ, ਅਤੇ ਸੋ ਇਹਦਾ ਮੇਨ ਜਿਹੜਾ ਫੰਡਾ ਕੀ ਹੈਗਾ, ਵਿਜ਼ੂਅਲੀ ਸੋਚੋ। In order to think visually, you need to create an overall conceptual design of the program that you are planning to make. Creation of the mind maps, content area. However, the words in the mind map must synchronize graphically. When you have an idea, consider relating it to some graphics and see how the idea can be presented graphically. ਅੱਛਾ, ਵਿਜ਼ੂਅਲੀ ਸੋਚਣ ਦੇ ਲਈ ਤੁਹਾਡੇ ਕੋਲ ਪੂਰੇ ਦਾ ਪੂਰਾ ਜੋ ਆਈਡੀਆ ਹੈ ਉਹ ਤੁਹਾਡੇ ਕੰਸੈਪਟ ਜੋ ਹੈ ਉਹ ਮਾਈਂਡ 'ਚ ਹੋਣਾ ਚਾਹੀਦਾ, ਅਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਮੇਰਾ ਐਂਡ ਪ੍ਰੋਡਕਟ ਕੀ ਹੋਣਾ ਚਾਹੀਦਾ, ਮੈਨੂੰ ਐਂਡ ਰਿਜ਼ਲਟ ਕੀ ਚਾਹੀਦਾ। ਤਾਂ ਉਸੇ ਅਕੋਰਡਿੰਗਲੀ ਚੀਜ਼ਾਂ ਸਾਰੀਆਂ ਮੂਵ ਕਰਨਗੀਆਂ, ਉਸੇ ਅਕੋਰਡਿੰਗਲੀ ਚੀਜ਼ਾਂ ਨੂੰ ਤੁਸੀਂ ਰੱਖੋਗੇ, ਠੀਕ ਹੈ। ਰੱਖ ਕੇ ਫਿਰ ਤੁਸੀਂ ਉਸ ਨੂੰ ਦੇਖੋਗੇ, ਚੈੱਕ ਕਰੋਗੇ ਕਿ ਹਾਂਜੀ ਇਹ ਮੇਰੀ ਆਊਟਪੁੱਟ ਜੋ ਹੈ, ਮੇਰੀ ਇਹ ਸੀਕੁਐਂਸ ਆਫ ਆਊਟਪੁੱਟ ਇੱਦਾਂ ਹੀ ਆਉਣੀ ਚਾਹੀਦੀ ਸੀ, ਕੁਛ ਚੀਜ਼ ਮਿਸ ਤਾਂ ਨਹੀਂ ਹੋ ਰਹੀ, ਕੋਈ ਸਟੋਰੀ ਬੋਰਡਿੰਗ ਦੇ ਵਿੱਚ, ਕੋਈ ਸਟੋਰੀ ਟੈਲਿੰਗ ਦੇ ਵਿੱਚ ਜਾਂ ਕੋਈ ਸਕ੍ਰਿਪਟਿੰਗ ਕਰਨ ਦੇ ਵਿੱਚ ਮੈਂ ਕੋਈ ਚੀਜ਼ ਮਿਸ ਤਾਂ ਨਹੀਂ ਕਰ ਰਿਹਾ। ਉਹ ਚੀਜ਼ਾਂ ਜ਼ਰੂਰ ਇੱਥੇ ਚੈੱਕ ਕਰਨੀਆਂ ਨੇ ਪ੍ਰੈਪਰੇਸ਼ਨ ਦੇ ਵਿੱਚ। ਓਕੇ, ਸੋ ਵਿਜ਼ੂਅਲੀ ਥਿੰਕਿੰਗ ਦੇ ਵਿੱਚ ਆਪਣੇ ਕੋਲ ਕੀ ਆ ਜਾਂਦਾ ਸਟੂਡੈਂਟਸ, ਵਿਜ਼ੂਅਲੀ ਥਿੰਕਿੰਗ ਦੇ ਵਿੱਚ ਸੋ ਦਾ ਪ੍ਰੋਸੈਸ ਆਫ ਵਿਜ਼ੂਅਲਾਈਜੇਸ਼ਨ ਇਜ਼ ਬੇਸਿਕਲੀ ਸਿਲੈਕਸ਼ਨ, creation and editing of the images into
into a meaningful sequence. In reality it takes a lot of practice. ਅਸਲ ਦੇ ਵਿੱਚ ਕੀ ਹੈਗਾ ਕਿ ਸਟੂਡੈਂਟਸ ਕੇ ਉਹਨੂੰ ਸੈਕਸ਼ਨਿੰਗ ਕਰਨੀ, ਫਿਰ ਕ੍ਰੀਏਸ਼ਨ ਕਰਨੀ, ਫਿਰ ਐਡੀਟਿੰਗ ਕਰਨੀ ਇਮੇਜਿਸ ਦੀ, ਠੀਕ ਹੈ, ਤਾਂ ਕਿ ਇੱਕ ਮੀਨਿੰਗਫੁਲ ਸੀਕੁਐਂਸ ਬਣ ਸਕੇ। ਐਂਡ ਉਸ ਤੋਂ ਬਾਅਦ ਫਿਰ ਇਹ ਪ੍ਰੈਕਟਿਸ ਬਹੁਤ ਚਾਹੀਦੀ ਇਸ ਦੇ ਲਈ। ਇਹ ਇੱਦਾਂ ਨਹੀਂ ਹੈ ਕਿ ਇੱਕ ਵਾਰ 'ਚ ਸਾਰਾ ਸਿੱਖ ਜਾਓਗੇ। ਦੈਨ ਵਿਜ਼ੂਅਲੀ ਥਿੰਕਿੰਗ ਦੇ ਲਈ ਆਪਾਂ ਨੂੰ ਕੀ ਕਰਨਾ ਪੈਂਦਾ, ਸਕ੍ਰਿਪਟ ਪ੍ਰੋਸੈਸਿੰਗ ਦੇ ਲਈ ਪਹਿਲਾਂ ਤਾਂ ਪ੍ਰੋਗਰਾਮ ਆਈਡੀਆ, ਫਿਰ ਉਸ ਤੋਂ ਬਾਅਦ ਪ੍ਰੋਗਰਾਮ ਦੀ ਬਰੀਫਿੰਗ, ਫਿਰ ਰਿਸਰਚ, ਫਿਰ ਆਈਡੈਂਟਿਟੀ ਐਂਡ ਸਿਲੈਕਟ the content elements, then interface and design layout, and then preparing the storyboard. ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਕਰਨੀਆਂ ਪੈਂਦੀਆਂ। ਸੋ ਪਹਿਲਾਂ ਤਾਂ ਪ੍ਰੋਗਰਾਮ ਆਈਡੀਆ, ਪਹਿਲਾਂ ਤਾਂ ਆਈਡੀਆ ਹੀ ਹੋਵੇ। ਮੰਨ ਲਓ ਮੈਂ ਕੁਛ ਕਹਿ ਰਿਹਾ ਹੈਗਾ ਕਿ ਮੈਂ ਕੋਈ ਮਲਟੀਮੀਡੀਆ ਪ੍ਰੋਜੈਕਟ ਬਣਾਉਣਾ ਇੱਦਾਂ ਦਾ ਜਿਸ ਦੇ ਵਿੱਚ ਮੈਂ ਸਟੂਡੈਂਟਸ ਨੂੰ ਸਾਇੰਸ ਦੇ ਬਾਰੇ ਕੁਛ ਇਨਫੋਰਮੇਸ਼ਨ ਦੇਣੀ ਹੈਗੀ। ਸੋ ਸਾਇੰਸ ਦੇ ਵਿੱਚ ਮੈਂ ਕਿਹੜੀ ਚੀਜ਼ ਬਾਰੇ ਇਨਫੋਰਮੇਸ਼ਨ ਦੇਣੀ ਆ, ਮੇਰਾ ਕੁਛ ਆਈਡੀਆ ਹੋ ਸਕਦਾ। ਅੱਛਾ, ਆਈਡੀਆ ਦੇ ਵਿੱਚ ਮੈਂ ਇਹ ਚੀਜ਼ ਵੀ ਡਿਫਾਈਨ ਕਰ ਸਕਦਾ ਕਿ ਮੈਂ ਚੀਜ਼ ਦੱਸਣਾ ਚਾਹੁੰਦਾ ਬੱਚਿਆਂ ਨੂੰ ਕੋਈ ਔਗਮੈਂਟਡ ਰਿਐਲਿਟੀ ਦੇ ਬੇਸ 'ਤੇ ਜਾਂ ਵਰਚੁਅਲ ਰਿਐਲਿਟੀ ਦੇ ਬੇਸ 'ਤੇ। ਉਸ ਤੋਂ ਬਾਅਦ ਪ੍ਰੋਗਰਾਮ ਦਾ ਬਰੀਫ, ਮਤਲਬ ਮੇਰੇ ਪ੍ਰੋਗਰਾਮ 'ਚ ਐਕਚੁਅਲੀ ਹੋਏਗਾ ਕੀ। ਫਿਰ ਰਿਸਰਚ, ਮਤਲਬ ਇਸ 'ਤੇ ਪਹਿਲਾਂ ਕਿਸੇ ਲੋਕਾਂ ਨੇ ਕੰਮ ਕੀਤਾ, ਅਗਰ ਕੀਤਾ ਹੈਗਾ ਤਾਂ ਕਿਹੜੀਆਂ ਲੋਕਾਂ ਨੇ ਟੈਕਨੋਲੋਜੀ ਯੂਜ਼ ਕੀਤੀਆਂ ਜਾਂ ਲੋਕਾਂ ਨੂੰ ਕੀ ਦਿੱਕਤਾਂ ਪੇਸ਼ ਆਈਆਂ ਨੇ, ਉਹ ਸਾਰੀਆਂ ਚੀਜ਼ਾਂ ਨੋਟ ਕਰ ਲੈਣੀਆਂ। ਉਸ ਤੋਂ ਬਾਅਦ ਆਈਡੈਂਟੀਫਾਈ ਕਰਨਾ ਅਤੇ ਐਲੀਮੈਂਟਸ ਨੂੰ ਸਿਲੈਕਟ ਕਰਨਾ। ਫਿਰ ਫਾਈਨਲੀ ਡਿਜ਼ਾਈਨ ਦੀ ਲੇਆਊਟ ਹੈ ਉਸ ਨੂੰ ਡਿਜ਼ਾਈਨ ਕਰਨਾ, ਇੰਟਰਫੇਸ ਦੀ ਡਿਜ਼ਾਈਨ ਨੂੰ ਅਤੇ ਲੇਆਊਟ ਨੂੰ ਡਿਜ਼ਾਈਨ ਕਰਨਾ। ਦੈਨ ਸਟੋਰੀ ਬੋਰਡ ਨੂੰ ਤਿਆਰ ਕਰਨਾ। ਫਾਈਨਲੀ ਜੋ ਐਕਚੁਅਲ ਮੇਰੀ ਸਟੋਰੀ ਬੋਰਡਿੰਗ ਹੋਏਗੀ ਕਿ ਮੈਂ ਕਿੱਥੋਂ ਕਿਵੇਂ ਦੱਸਦਾ ਚਲਿਆ ਜਾਊਂਗਾ, ਤਾਂ ਦੈਟ ਮੀਨਸ ਉਹ ਸਾਰਾ ਜਿਹੜਾ ਮੇਰਾ ਸੀਕੁਐਂਸ ਹੈ, ਉਹ ਸਾਰਾ ਫਲੋ ਹੈ ਮੇਰਾ, ਉਹ ਮੇਰਾ ਸਟੋਰੀ ਬੋਰਡਿੰਗ ਦੇ ਵਿੱਚ ਆਏਗਾ, ਠੀਕ ਹੈ। ਦੈਨ ਨੈਕਸਟ ਕਮਸ ਇਜ਼ ਦਾ ਸਟੋਰੀ ਬੋਰਡਿੰਗ। ਸੋ ਸਕ੍ਰਿਪਟਿੰਗ ਬਾਰੇ ਦੇਖ ਚੁੱਕੇ ਹਾਂ ਆਪਾਂ, ਹੁਣ ਗੱਲ ਆਉਂਦੀ ਹੈ ਸਟੋਰੀ ਬੋਰਡਿੰਗ ਦੀ। ਮਲਟੀਮੀਡੀਆ ਸਟੋਰੀ ਕੀ ਹੈ? ਸਟੋਰੀ ਇਜ਼ ਬੇਸਿਕਲੀ ਅ ਕੰਬੀਨੇਸ਼ਨ ਆਫ ਟੈਕਸਟ, ਸਟਿਲ ਫੋਟੋਗ੍ਰਾਫਸ, ਵੀਡੀਓ ਕਲਿਪਸ, ਆਡੀਓ ਗ੍ਰਾਫਿਕਸ ਐਂਡ and interactivity presented on the website in a non-linear format in which the information in each medium is complementary, not redundant. So ਇਸ ਦੇ ਵਿੱਚ ਕੀ ਹੈ ਸਟੂਡੈਂਟਸ ਕਿ ਮਲਟੀਮੀਡੀਆ ਸਟੋਰੀ ਇੱਕ ਕੰਬੀਨੇਸ਼ਨ ਹੈ ਕਿੰਨਾ ਚੀਜ਼ਾਂ ਦਾ, ਟੈਕਸਟ ਦਾ, ਫੋਟੋਗ੍ਰਾਫਸ ਦਾ, ਵੀਡੀਓ ਕਲਿਪਸ ਦਾ, ਆਡੀਓ ਦਾ, ਗ੍ਰਾਫਿਕਸ ਦਾ ਅਤੇ ਇੰਟਰੈਕਟਿਵਿਟੀ ਮਤਲਬ ਮੰਨ ਲਓ ਅਗਰ ਮੈਂ ਕੁਛ ਵੀਡੀਓ ਦੇ ਵਿੱਚ ਕੋਈ ਕਲਿੱਕ ਕੀਤਾ ਤਾਂ ਉਹ ਕਲਿੱਕ ਦੇ ਬੇਸ ਦੇ ਉੱਪਰ ਕੋਈ ਰਿਜ਼ਲਟ ਓਪਨ ਹੋਵੇ ਜਾਂ ਕੋਈ ਅਗਲੀ ਵੀਡੀਓ ਓਪਨ ਹੋਵੇ ਇਨ ਅ ਨੋਨ ਲੀਨੀਅਰ ਫੈਸ਼ਨ। ਲੀਨੀਅਰ ਫੈਸ਼ਨ ਕਿਹੜਾ ਹੁੰਦਾ ਸਟੂਡੈਂਟਸ, ਜਿਵੇਂ ਕਿ ਇੱਕ ਤੋਂ ਬਾਅਦ ਏ ਤੋਂ ਬਾਅਦ ਬੀ ਤੋਂ ਬਾਅਦ ਸੀ ਤੋਂ ਬਾਅਦ ਡੀ। ਨੋਨ ਲੀਨੀਅਰ ਹੁੰਦਾ ਕਿ ਹੋ ਸਕਦਾ ਏ ਦੇ ਵਿੱਚੋਂ ਅਗਰ ਮੈਂ ਕੋਈ ਆਨਸਰ ਚੂਜ਼ ਕੀਤਾ ਤਾਂ ਹੋ ਸਕਦਾ ਬੀ 'ਚ ਚਲਿਆ ਜਾਵੇ, ਅਗਰ ਮੈਂ ਦੂਜਾ ਆਨਸਰ ਚੂਜ਼ ਕੀਤਾ ਤਾਂ ਹੋ ਸਕਦਾ ਡਾਇਰੈਕਟਲੀ ਡੀ 'ਤੇ ਚਲਿਆ ਜਾਵੇ। ਦੈਟ ਇਜ਼ ਨੋਨ ਲੀਨੀਅਰ ਫੈਸ਼ਨ, ਠੀਕ ਹੈ। ਅਤੇ ਜਿਸ ਦੇ ਵਿੱਚ ਹਰ ਇੱਕ ਜਿਹੜਾ ਮੀਡੀਅਮ ਹੈ ਉਹ ਇੱਕ ਦੂਜੇ ਨੂੰ ਕੰਪਲੀਮੈਂਟ ਕਰ ਰਿਹਾ, ਬਟ ਡੁਪਲੀਕੇਸੀ ਕਿਤੇ ਨਹੀਂ ਹੈ, ਰਿਡੰਡੈਂਸੀ ਕਿਤੇ ਨਹੀਂ ਹੈ। ਓਕੇ, ਸੋ ਨੋਨ ਲੀਨੀਅਰ ਮੈਨਿਊਜ਼ ਮੈਂ ਆਪਾਂ ਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਆਪਾਂ ਕੋਈ ਇੱਕ ਪ੍ਰੋਪਰ ਫਲੋ ਨਹੀਂ ਫੋਲੋ ਕਰ ਰਹੇ ਹੈਗੇ। ਅਗਰ ਇੱਕ ਚੀਜ਼ ਏ ਤੋਂ ਬੀ ਇੱਕ ਸਿੱਧੇ ਫੈਸ਼ਨ 'ਚ ਜਾ ਰਹੀ ਹੈ ਤਾਂ ਹੋ ਸਕਦਾ ਏ ਤੋਂ ਡੀ ਵੀ ਚਲੀ ਜਾਵੇ ਬੇਸਡ ਔਨ ਦ ਅਦਰ ਰਿਸਪੌਂਸ। ਅਗਰ ਤੁਸੀਂ ਆਨਸਰ ਏ ਦਿੰਦੇ ਹੋ ਤਾਂ ਹੋ ਸਕਦਾ ਏ ਤੋਂ ਬੀ ਚਲਿਆ ਜਾਵੇ, ਅਗਰ ਆਨਸਰ ਤੁਸੀਂ ਲੈਟਸ ਸੇ ਐਕਸ ਦਿੰਦੇ ਹੋ ਤਾਂ ਹੋ ਸਕਦਾ ਏ ਤੋਂ ਡੀ ਚਲਿਆ ਜਾਵੇ, ਠੀਕ ਹੈ। ਸੋ ਦੈਟ ਇਜ਼ ਆਲਸੋ ਨੋਨ ਲੀਨੀਅਰ ਫਾਰਮੈਟ, ਠੀਕ ਹੈ। ਸੋ ਇਹ ਕੁਛ ਐਗਜ਼ਾਮਪਲਸ ਨੇ ਆਪਣੇ ਕੋਲ। When the news organization take the full advantage of two other important characteristics of storytelling, the one is context and other is continuity. Multimedia stories are wrapped in a story shell that provides the background information on the story. This could include everything from database, timelines, info box, to the related story, links to other resources, online forums. The information in each cell gives the reader a sense of the context of story and where it fits in the other stories on the same topic. ਦੇਖੋ ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਹੁੰਦਾ ਕੰਟੈਕਸਟ, ਇੱਕ ਹੁੰਦਾ ਕੰਟੀਨਿਊਟੀ। ਕੰਟੈਕਸਟ ਦਾ ਮਤਲਬ ਕੀ ਹੈ ਵੀ ਜਿਹੜੇ ਐਸਪੈਕਟ ਦੇ ਵਿੱਚ ਮੈਂ ਗੱਲ ਕਰ ਰਿਹਾ, ਮੰਨ ਲਓ ਮੈਂ ਸਟੋਰੀ ਮੇਰੀ ਦੱਸ ਰਹੀ ਹੈ, ਮੇਰੀ ਸਟੋਰੀ ਜਿਹੜੀ ਚੱਲ ਰਹੀ ਹੈ ਉਹ ਕਿਸ ਰਿਲੇਸ਼ਨ ਦੇ ਵਿੱਚ ਚੱਲ ਰਹੀ ਹੈ, ਮਤਲਬ ਉਸ ਦੇ ਨਾਲ ਕੀ ਚੀਜ਼ਾਂ ਕਨੈਕਟਡ ਨੇ। ਤਾਂ ਉਹ ਹਿਸਟੋਰੀਕਲ ਵੀ ਹੋ ਸਕਦੀਆਂ, ਪੁਰਾਣੀਆਂ ਟਾਈਮ ਲਾਈਨਸ ਵੀ ਹੋ ਸਕਦੀਆਂ ਨੇ, ਕੋਈ ਪੁਰਾਣਾ ਆਪਾਂ ਲਿੰਕ ਵੀ ਦੇ ਸਕਦੇ ਹਾਂ ਕਈ ਚੀਜ਼ਾਂ ਦਾ ਜਿੱਥੋਂ ਯੂਜ਼ਰ ਇਨਫੋਰਮੇਸ਼ਨ ਲੈ ਸਕਦਾ ਉਹਨਾਂ ਚੀਜ਼ਾਂ ਦੀ, ਠੀਕ ਹੈ। ਸੋ ਹਰ ਇੱਕ ਸਟੋਰੀ ਸ਼ੈਲ ਦੇ ਵਿੱਚ in turn is a part of the broader issue or a beat shell at the news site that defines the more general context for each story. ਪੋਲੀਟਿਕਸ, ਫੋਰਨ ਪੋਲਿਸੀ, ਐਜੂਕੇਸ਼ਨ, ਕ੍ਰਾਈਮ, ਹੈ ਨਾ, ਇਹ ਸਾਰੇ ਕੰਟੈਕਸਟ ਆ ਗਏ। ਸੋ ਮੈਂ ਇੱਕ ਮੰਨ ਲਓ ਹੁਣ ਮੈਂ ਸਾਇੰਸ ਦੇ ਰਿਲੇਟਡ ਗੱਲ ਕਰ ਰਿਹਾ ਤਾਂ ਮੈਂ ਹੋ ਸਕਦਾ ਐਜੂਕੇਸ਼ਨ ਦੇ ਰਿਲੇਟਡ ਗੱਲ ਕਰ ਰਿਹਾ, ਠੀਕ ਹੈ। ਕੋਈ ਮੈਂ ਚੀਜ਼ ਡਿਬੇਟ ਕਰ ਰਿਹਾ ਕਿਸੇ ਬਿੱਲ ਦੇ ਰਿਲੇਟਡ ਡਿਬੇਟ ਕਰ ਰਿਹਾ ਤਾਂ ਦੈਟ ਮੀਨਸ ਉਹ ਪੋਲੀਟਿਕਸ ਦੇ ਰਿਲੇਟਡ ਹੋ ਸਕਦੀ ਹੈ, ਠੀਕ ਹੈ। And those issue or beat shells are wrapped in a journal shell, usually a home page with its navigation menu that defines what a journalism organization takes out as a territory. Here are some example of how news organization have wrapped stories in the different layers of the shell. So ਇਹ ਜਿਹੜੀਆਂ ਸਾਰੀਆਂ ਆਪਾਂ ਐਗਜ਼ਾਮਪਲਸ ਦੇਖ ਰਹੇ ਹਾਂ ਨਾ ਸਟੂਡੈਂਟਸ, ਇਹ ਨਿਊਜ਼ ਆਰਗੇਨਾਈਜੇਸ਼ਨ ਦੀਆਂ ਦੇਖ ਰਹੇ ਹੈਗੇ। ਜਿਹੜੀਆਂ ਅਲੱਗ-ਅਲੱਗ ਵੈਬਸਾਈਟਸ ਤੁਸੀਂ ਨਿਊਜ਼ ਦੀਆਂ ਦੇਖਦੇ ਹੋ ਨਾ, ਉੱਥੇ ਤੁਸੀਂ ਦੇਖੋਗੇ ਹਰ ਇੱਕ ਸੈਕਸ਼ਨ ਬਣੇ ਹੁੰਦੇ ਆ। ਪੋਲੀਟਿਕਸ ਬਣਿਆ ਹੁੰਦਾ, ਫਿਰ ਇੱਕ ਸਾਇੰਸ ਬਣਿਆ ਹੁੰਦਾ, ਫਿਰ ਅਲੱਗ ਬਣਿਆ ਹੁੰਦਾ। ਜਦੋਂ ਤੁਸੀਂ ਉਸਨੂੰ ਓਪਨ ਕਰਦੇ ਹੋ ਤਾਂ ਫਿਰ ਉਹ 'ਚ ਅਲੱਗ-ਅਲੱਗ ਤੁਹਾਨੂੰ ਫਿਰ ਅਲੱਗ-ਅਲੱਗ ਸੈਕਸ਼ਨਸ ਮਿਲ ਜਾਂਦੇ ਆ। ਕੋਈ
ਲੈਟਸ ਸੇ ਸਾਇੰਸ ਦੇ ਵਿੱਚ ਤੁਹਾਨੂੰ ਕੋਈ ਨਵੀਆਂ ਕੋਈ ਇਨਵੈਂਸ਼ਨਸ ਆਈਆਂ ਨੇ, ਕੰਪਿਊਟਰ ਬੇਸਡ ਇਨਵੈਂਸ਼ਨਸ ਨੇ, ਉਹ ਮਿਲ ਜਾਂਦੀਆਂ, ਕੋਈ ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸਡ ਇਨਵੈਂਸ਼ਨਸ ਮਿਲ ਜਾਂਦੀਆਂ ਨੇ। ਸੋ ਅਲੱਗ-ਅਲੱਗ ਤਰ੍ਹਾਂ ਦੀਆਂ ਕੈਟੇਗਰਾਈਜੇਸ਼ਨ ਹੁੰਦੀ ਹੈ ਆਪਣੇ ਕੋਲ, ਠੀਕ ਹੈ। ਦੈਨ ਵਟ ਇਜ਼ ਨਾਟ ਅ ਮਲਟੀਮੀਡੀਆ ਸਟੋਰੀ। ਮਲਟੀਮੀਡੀਆ ਸਟੋਰੀ ਹੁਣ ਇਹ ਤਾਂ ਦੇਖ ਲਿਆ ਵੀ ਕੀ ਹੈ, ਇਹ ਦੇਖਦੇ ਹਾਂ ਆਪਾਂ ਕੀ ਨਹੀਂ ਹੈ। ਸੋ ਜਿਵੇਂ ਕਿ CNN ਦੀ ਵੈਬਸਾਈਟ ਹੈ, ਜਾਂ ਵਾਸ਼ਿੰਗਟਨ ਪੋਸਟ ਹੈ, ਜਾਂ NPR ਹੈ, MSNBC ਹੈ, ਇਹ ਸਾਰੀਆਂ ਮਲਟੀਮੀਡੀਆ ਸਾਈਟਸ ਨੇ। ਇਹਨਾਂ ਦੇ ਟੈਕਸਟ ਵੀ ਹੈ, ਵੀਡੀਓ ਕਲਿੱਪਸ ਵੀ ਹੈ, ਆਡੀਓ ਵੀ ਹੈ, ਸਟਿਲ ਫੋਟੋਗ੍ਰਾਫਸ ਵੀ ਹੈ, ਇੰਟਰੈਕਟਿਵ ਗ੍ਰਾਫਿਕਸ ਵੀ ਹੈ। ਬਟ ਜਿਹੜੀ ਇਹਨਾਂ ਦੇ ਉੱਤੇ ਸਟੋਰੀਜ਼ ਨੇ, they are often linear and produced in either text or video or audio to a standalone। ਪਰ ਜਿਹੜੀਆਂ ਇਹਨਾਂ 'ਤੇ ਸਟੋਰੀਜ਼ ਹੁੰਦੀਆਂ ਨੇ ਨਾ, ਉਹ ਲੀਨੀਅਰ ਫੈਸ਼ਨ 'ਚ ਹੁੰਦੀਆਂ ਨੇ। ਮਤਲਬ ਇਹ ਨਹੀਂ ਹੈ ਕਿ ਇੱਕ ਕੰਪਲੀਟ ਪੈਕੇਜ ਨਹੀਂ ਮਿਲਦਾ ਸਾਨੂੰ ਇੱਥੇ। ਸੋ ਦ ਟੈਕਸਟ ਇਜ਼ ਆਫਨ ਆਗੂਮੈਂਟਡ ਵਿਦ ਦ ਫੋਟੋਜ਼ ਐਜ਼ ਇਟ ਵੁੱਡ ਬੀ ਇਨ ਅ newspaper or a magazine। The video is usually the same version that appears on the television. Rarely are the video, text, still photographs that are integrated into the same story. Usually they are standalone stories, each produced for a different media about the same subject that are then aggregated into the multimedia packages। ਸੋ ਇਸ 'ਚ ਕੀ ਹੁੰਦਾ ਸਟੂਡੈਂਟਸ ਕਿ ਇੱਕੋ ਹੀ ਸੇਮ ਸਬਜੈਕਟ ਦੇ ਉੱਪਰ ਹੀ ਨਾ ਜਿਹੜੀ ਇਨਫੋਰਮੇਸ਼ਨ ਹੈ, ਉਹ ਅਲੱਗ-ਅਲੱਗ ਫਾਰਮ 'ਚ ਪ੍ਰੈਜ਼ੈਂਟ ਕੀਤੀ ਹੋਈ ਹੈ। ਯਾਨੀ ਵੀਡੀਓ 'ਚ ਵੀ ਉਹੀ ਹੈ, ਆਡੀਓ 'ਚ ਵੀ ਉਹੀ ਆ ਰਹੀ ਹੈ ਗੱਲ, ਫੋਟੋਗ੍ਰਾਫਸ 'ਚ ਵੀ ਤੁਹਾਨੂੰ ਉਹੀ ਕੁਛ ਦਿਖ ਰਿਹਾ, ਠੀਕ ਹੈ ਨਾ। ਤੋ ਇਹ ਮਤਲਬ ਇਹ ਸਾਰਾ ਕੁਛ ਮਲਟੀਮੀਡੀਆ ਪੈਕੇਜ ਦੇ ਵਿੱਚ ਹੁੰਦਾ ਆਪਣੇ ਕੋਲ, ਠੀਕ ਹੈ। ਸੋ ਇਸ ਤਰ੍ਹਾਂ ਇਸ ਨੂੰ ਆਪਾਂ ਇੱਕ ਸਟੋਰੀ ਮਲਟੀਮੀਡੀਆ ਸਟੋਰੀ ਨਹੀਂ ਕਹਿ ਸਕਦੇ, ਠੀਕ ਹੈ। ਨਾਓ ਬੇਸਿਕ ਟਾਈਪਸ ਹੁੰਦੀਆਂ ਨੇ ਮਲਟੀਮੀਡੀਆ ਸਟੋਰੀਜ਼ ਦੀਆਂ। ਇੱਕ ਤਾਂ ਪਹਿਲੀ ਉਹ ਦੋਜ਼ ਇਨ ਵਿਚ ਅ ਰਿਪੋਰਟਰ ਇਜ਼ ਇਨ ਦ ਚਾਰਜ ਆਫ ਪੁਟਿੰਗ ਦ ਸਟੋਰੀ ਟੂਗੈਦਰ। ਦ ਸਟੋਰੀ ਇਜ਼ ਯੂਜੂਲੀ ਅ ਡੇਲੀ ਬੀਟ ਸਟੋਰੀ, ਅ ਫੀਚਰ ਔਰ ਅ ਪਾਰਟ ਆਫ ਐਨ ਇਨਵੈਸਟੀਗੇਟ ਸੀਰੀਜ਼ ਔਰ ਅ ਸਪੈਸ਼ਲ ਰਿਪੋਰਟ। The reporter, sometimes called a backpack journalist, goes into the field and uses a digital video camera. He gathers video clips। ਸੋ ਹਾਂਜੀ, ਇੱਕ ਤਾਂ ਹੁੰਦੀ ਆ ਰਾਜੇ ਕਿਸੇ ਚੀਜ਼ ਦੀ ਇਨਵੈਸਟੀਗੇਸ਼ਨ। ਫੋਰ ਐਗਜ਼ਾਮਪਲ ਜਿਵੇਂ ਆਪਣੇ 1992 ਦੇ ਵਿੱਚ ਸਕੈਮ ਹੋਇਆ ਸੀ ਇੱਕ, ਠੀਕ ਹੈ। ਸੋ ਅਗਰ ਕਿਸੇ ਨੂੰ ਸਕੈਮ ਦੇ ਬਾਰੇ ਪਤਾ ਲੱਗਿਆ ਤਾਂ ਉਹ ਸਕੈਮ ਦੇ ਬਾਰੇ ਪਤਾ ਲੱਗ ਕੇ ਉਸ ਤੋਂ ਬਾਅਦ ਫਿਰ ਉਸ ਦੀ ਸਾਰੀ ਇਨਵੈਸਟੀਗੇਸ਼ਨ ਹੋਈ। ਫਿਰ ਉਹ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਰਿਪੋਰਟਰ ਨੇ ਮੰਨ ਲਓ ਉਹ ਸਾਰੀ ਇਨਫੋਰਮੇਸ਼ਨ ਕੱਢੀ, ਕੋਈ ਫੋਟੋਗ੍ਰਾਫਸ ਲੱਭੀਆਂ ਜਾਂ ਕੋਈ ਵੀਡੀਓ ਕਲਿੱਪਸ ਲੱਭੀਆਂ ਜਾਂ ਕੋਈ ਆਡੀਓ ਕਲਿੱਪਸ ਲੱਭੀਆਂ, ਉਹਨਾਂ ਨੂੰ ਸਾਰਿਆਂ ਨੂੰ ਇੱਕ ਇੰਟੀਗ੍ਰੇਟ ਕਰਕੇ, ਇੱਕ ਜੋੜ ਕੇ ਇੱਕ ਸਟੋਰੀ ਬਣਾਈ। ਦੈਟ ਇਜ਼ ਮਲਟੀਮੀਡੀਆ ਸਟੋਰੀ। ਉਸ ਨੂੰ ਇੱਕ ਸਟੋਰੀ ਕਹਿ ਸਕਦੇ ਹਾਂ ਆਪਾਂ। ਇੱਕ ਦੂਸਰੀ ਹੁੰਦੀ ਹੈ ਦੋਜ਼ ਇਨ ਵਿਚ ਦ ਐਡੀਟਰ ਔਰ ਪ੍ਰੋਡਿਊਸਰ ਇਜ਼ ਇਨ ਦ ਚਾਰਜ, ਜਨਰਲੀ ਬ੍ਰੇਕਿੰਗ ਦ ਨਿਊਜ਼ ਔਰ ਸਪੈਸ਼ਲ ਪ੍ਰੋਜੈਕਟ। ਦ ਐਡੀਟਰ ਅਸਾਈਨਸ ਦ ਇੰਡੀਵਿਜੂਅਲ ਟੂ ਪ੍ਰੋਡਿਊਸ ਦ pieces of the breaking news story। He asks a photographer for photos, a reporter to go into the field to do interviews and videographer to go into the field। ਅੱਛਾ, ਦੂਸਰੀ ਹੁੰਦੀ ਆ ਉਲਟੀ, ਰਿਵਰਸ ਮਤਲਬ ਕੀ ਹੈ ਕਿ ਪਤਾ ਕੁਛ ਨਹੀਂ ਲੱਗਿਆ ਬਟ ਇੱਕ ਰਿਪੋਰਟਰ ਨੂੰ ਇੱਕ ਡਿਊਟੀ ਅਸਾਈਨ ਕੀਤੀ ਗਈ ਹੈ ਜਾਂ ਕਿਸੇ ਬੰਦੇ ਨੂੰ ਅਸਾਈਨ ਕੀਤੀ ਗਈ ਹੈ ਡਿਊਟੀ ਕਿ ਤੂੰ ਭਾਈ ਆਹ ਚੀਜ਼ਾਂ ਦੇ ਪੀਸ ਕਲੈਕਟ ਕਰ, ਆਹ ਚੀਜ਼ਾਂ ਦੀ ਇਨਫੋਰਮੇਸ਼ਨ ਕਲੈਕਟ ਕਰ, ਇਹ 'ਤੇ ਵੀਡੀਓ ਬਣਾ, ਇਹ 'ਤੇ ਆਹ ਦੇਖ, ਇਹਨੂੰ ਇੱਦਾਂ ਦੇਖ, ਇਹ 'ਚੋਂ ਇਮੇਜਿਸ ਲੱਭ, ਠੀਕ ਹੈ। ਉਹ ਜਦੋਂ ਸਾਰਾ ਕੁਛ ਮਿਲ ਜਾਂਦਾ ਤਾਂ ਫਿਰ ਉਹ ਇਕੱਠਾ ਹੋ ਜਾਂਦਾ ਅਤੇ ਉਹਨੂੰ ਇਕੱਠੇ ਨੂੰ ਫਿਰ ਇੱਦਾਂ ਪ੍ਰੈਜ਼ੈਂਟ ਕੀਤਾ ਜਾਂਦਾ ਹੈਗਾ ਕਿ ਇੱਕ ਮਲਟੀਮੀਡੀਆ ਸਟੋਰੀ, ਠੀਕ ਹੈ। ਤਾਂ ਫਿਰ ਉਹ ਦੁਨੀਆ ਨੂੰ ਬਾਹਰ ਨਿਕਲ ਕੇ ਆਉਂਦੀ ਹੈ। ਪਹਿਲੇ ਦੇ ਵਿੱਚ ਕੀ ਸੀ ਕਿ ਆਲਰੇਡੀ ਪਤਾ ਹੈ, ਆਲਰੇਡੀ ਹੋ ਚੁੱਕਿਆ ਕਿ ਹਾਂਜੀ ਆਹ ਚੀਜ਼ ਹੋਈ ਹੈ, ਤਾਂ ਉਸ ਦੇ ਵਿੱਚ ਆਪਾਂ ਰਿਵਰਸ ਮੋਡ ਦੇ ਵਿੱਚ ਆਪਾਂ ਕੰਮ ਕਰਦੇ ਹਾਂ, ਠੀਕ ਹੈ। ਸੈਕਿੰਡ ਦੇ ਵਿੱਚ ਆਪਾਂ ਇੱਕ ਫਾਰਵਰਡ ਮੋਡ ਦੇ ਵਿੱਚ ਕੰਮ ਕਰਦੇ ਹਾਂ। ਸਟੋਰੀ ਚੁਣਨਾ ਕਿਵੇਂ ਹੈ? ਨਾਟ ਆਲ ਸਟੋਰੀਜ਼ ਮੇਕ ਗੁੱਡ ਮਲਟੀਮੀਡੀਆ ਸਟੋਰੀਜ਼। ਦ ਬੈਸਟ ਸਟੋਰੀਜ਼ ਆਰ ਮਲਟੀ ਡਾਇਮੈਂਸ਼ਨਲ, ਠੀਕ ਹੈ। ਸੋ basically they include action for videos, a process that can be illustrated with the graphics like how tornado is formed, how this new surgery works, someone who can go some pithy quote for video and audio। Most multimedia stories require that the reporter go into the field to report story face to face rather than doing a story entirely by phone। The story used this course illustrated how to do a multimedia piece has an action process and a person who can give pithy quotes, dancing rocks of the Death Valley, ਠੀਕ ਹੈ। ਸੋ ਹਾਂਜੀ, ਸਟੋਰੀ ਕਿੱਦਾਂ ਚੂਜ਼ ਕਰਨੀ ਹੈ? ਦੇਖੋ ਸਟੋਰੀਜ਼ ਜਨਰਲੀ ਨਾ ਹੁੰਦੀਆਂ ਇੱਦਾਂ ਹੀ ਨੇ ਜਿਹਦੇ ਵਿੱਚ ਰਿਪੋਰਟਰ ਨੂੰ ਜਾਂ ਕਿਸੇ ਫੋਟੋਗ੍ਰਾਫਰ ਨੂੰ ਫੀਲਡ 'ਚ ਜਾਣਾ ਪੈਂਦਾ, ਗੱਲਬਾਤ ਕਰਨੀ ਪੈਂਦੀ ਹੈ, ਇੰਟਰਵਿਊਜ਼ ਲੈਣੀਆਂ ਪੈਂਦੀਆਂ ਨੇ, ਫਿਰ ਉਹ ਤੋਂ ਬਾਅਦ ਸਾਰਾ ਕੰਟੈਂਟ ਇਕੱਠਾ ਹੁੰਦਾ। ਇੱਕ ਕੋਟਸ, ਇੱਕ ਉਹਨਾਂ ਦੇ ਟਾਈਟਲ ਇੰਨੇ ਕਿ ਕੈਚੀ ਹੋਣ ਕਿ ਤੁਹਾਨੂੰ ਪਤਾ ਲੱਗੇ ਵੀ ਹਾਂ ਯਾਰ ਇਹ ਦੇਖਣੀ ਹੈ, ਮਤਲਬ ਇਹ ਸਟੋਰੀ ਦੇਖਣੀ ਹੈ, ਠੀਕ ਹੈ। ਸਟੋਰੀ ਦੇ ਵਿੱਚ ਕੁਛ ਹੈ, ਠੀਕ ਹੈ ਨਾ। ਸੋ ਫੋਰ ਐਗਜ਼ਾਮਪਲ ਜਿਵੇਂ ਕਹਿ ਸਕਦੇ ਕਿ ਡਾਂਸਿੰਗ ਰੌਕਸ ਆਫ ਡੈਥ ਵੈਲੀ ਨੈਸ਼ਨਲ ਪਾਰਕ ਹੈ ਨਾ। ਹੁਣ ਇਹ ਡੈਥ ਵੈਲੀ ਪਹਿਲਾਂ ਤਾਂ ਨਾਮ ਹੀ ਇਹਦਾ ਖਤਰਨਾਕ ਹੈ, ਡੈਥ ਵੈਲੀ, ਠੀਕ ਹੈ ਨਾ। ਉਸ ਤੋਂ ਬਾਅਦ ਫਿਰ ਇਹ 'ਚ ਡਾਂਸਿੰਗ ਰੌਕਸ, ਇਹ 'ਚ ਕਿਹੜੇ ਰੌਕਸ ਨੇ ਜਿਹੜੇ ਡਾਂਸ ਕਰ ਰਹੇ ਨੇ, ਸੋ ਉਸ ਦੇ ਬਾਰੇ ਦੇਖਣਾ ਜ਼ਰੂਰੀ ਹੋ ਜਾਂਦਾ। ਆਪਾਂ ਸੋਚਦੇ ਹਾਂ ਵੀ ਹਾਂਜੀ ਇਹਨੂੰ ਦੇਖੀਏ, ਓਕੇ। So before you venture into the field to short a story, gather as much as information as possible to put through a rough storyboard। ਦੇਖੋ ਸਿੱਧਾ ਸਟੋਰੀ ਟੈਲਿੰਗ ਦੇ ਵਿੱਚ ਜਾਣ ਤੋਂ ਪਹਿਲਾਂ ਨਾ ਸਟੋਰੀ ਦੇ ਲਈ ਕੰਟੈਂਟ ਇਕੱਠਾ ਕਰ ਲਓ ਜਿੰਨਾ ਕਰ ਸਕਦੇ ਹਾਂ, ਫਿਰ ਉਸਨੂੰ ਸਟੋਰੀ ਬੋਰਡਿੰਗ ਦੇ ਵਿੱਚ ਐਡ ਕਰੋ, ਫਿਰ ਉਹਦੀ ਆਊਟਲਾਈਨ ਬਣਾਓ ਸਾਰੀ, ਠੀਕ ਹੈ। ਇਹ ਸਾਰਾ ਇੱਕ ਪ੍ਰੀਲਿਮਿਨਰੀ ਇੰਟਰਵਿਊਜ਼ ਕਰੋ, ਇਨੀਸ਼ੀਅਲ ਇੰਟਰਵਿਊਜ਼ ਕਰੋ ਜਿੱਥੋਂ ਤੁਹਾਨੂੰ ਇਨਫੋਰਮੇਸ਼ਨ ਮਿਲੇ, ਗੈਦਰਿੰਗ ਹੋਵੇ, ਠੀਕ ਹੈ।
ਉਸ ਤੋਂ ਬਾਅਦ ਤੁਸੀਂ ਇਹ ਡਿਸਾਈਡ ਕਰਨਾ ਵੀ ਕਿਹੜੀਆਂ ਚੀਜ਼ਾਂ ਤੁਸੀਂ ਐਡ ਕਰਨੀਆਂ ਨੇ ਅਤੇ ਕਿਹੜੀਆਂ ਚੀਜ਼ਾਂ ਹੋਰ ਡਿਟੇਲ 'ਚ ਜਾਣ ਦੀ ਜ਼ਰੂਰਤ ਹੈ। ਫਿਰ ਫੋਟੋ, ਵੀਡੀਓਜ਼, ਮੈਪਸ, ਇਹ ਸਾਰਾ ਕੁਛ ਤੁਸੀਂ ਉਸ ਦੇ ਰਿਲੇਟਡ ਜਸਟੀਫਿਕੇਸ਼ਨ ਲਓ। ਫਿਰ ਉਸ ਤੋਂ ਬਾਅਦ ਤੁਸੀਂ ਇਸ ਨੂੰ ਅੱਗੇ ਜਾ ਕੇ ਇੱਕ ਫਾਰਮ ਦੇ ਵਿੱਚ ਯੂਜ਼ ਕਰੋਗੇ, ਜਾਂ ਪ੍ਰਿੰਟ ਹੋ ਸਕਦੀ ਹੈ, ਵੀਡੀਓ ਹੋ ਸਕਦੀ ਹੈ, ਜਾਂ ਵੈੱਬ ਦੇ ਉੱਪਰ ਹੋ ਸਕਦੀ ਹੈ ਨਾ। ਨਾਓ ਵਾਈ ਡੂ ਸਟੋਰੀ ਬੋਰਡ? ਸਟੋਰੀ ਬੋਰਡ ਕਿਉਂ ਜ਼ਰੂਰੀ ਹੈ? ਇਹ ਸਟੋਰੀ ਬੋਰਡ ਇਜ਼ ਅ ਸਕੈਚ ਆਫ ਹਾਊ ਟੂ ਆਰਗਨਾਈਜ਼ ਅ ਸਟੋਰੀ ਐਂਡ ਲਿਸਟ ਆਫ ਇਟਸ ਕੰਟੈਂਟ। ਦੇਖੋ ਮਲਟੀਮੀਡੀਆ ਪ੍ਰੋਜੈਕਟ ਦੇ ਵਿੱਚ ਕੰਟੈਂਟ ਤਾਂ ਮਿਲ ਜਾਂਦਾ ਸਾਨੂੰ, ਆਡੀਓ, ਵੀਡੀਓ, ਟੈਕਸਟ, ਗ੍ਰਾਫਿਕਸ, ਸਭ ਕੁਛ ਮਿਲ ਜਾਂਦਾ, ਬਟ ਉਸਨੂੰ ਦੱਸਣਾ ਕਿਵੇਂ ਹੈ, ਉਸਨੂੰ ਪ੍ਰੈਜੈਂਟ ਕਿਵੇਂ ਕਰਨਾ, ਉਸ ਦੀ ਇੱਕ ਸਟੋਰੀ, ਕਹਾਣੀ ਕਿਵੇਂ ਬੁਣਨੀ ਹੈ, ਦੈਟ ਇਜ਼ ਬੇਸਿਕਲੀ ਸਟੋਰੀ ਬੋਰਡਿੰਗ। ਸਟੋਰੀ ਬੋਰਡਿੰਗ ਸਾਨੂੰ ਹੈਲਪ ਕਰਦਾ ਹੈਗਾ ਟੂ ਡਿਫਾਈਨ ਦ ਪੈਰਾਮੀਟਰਸ ਆਫ ਦ ਸਟੋਰੀ ਵਿਦਿਨ ਦ ਅਵੇਲੇਬਲ ਰਿਸੋਰਸਿਸ ਐਂਡ ਟਾਈਮ। ਜਿੰਨੇ ਰਿਸੋਰਸਿਸ ਅਵੇਲੇਬਲ ਨੇ ਜਾਂ ਟਾਈਮ ਅਵੇਲੇਬਲ ਹੈ, ਉਸ ਦੇ ਵਿੱਚ ਰਹਿ ਕੇ ਅਸੀਂ ਇੱਕ ਸਟੋਰੀ ਕਿਵੇਂ ਬੁਣ ਸਕਦੇ ਹਾਂ, ਉਹ ਦੱਸਦਾ। ਦੈਨ ਫੋਕਸ ਕਰਦਾ ਸਟੋਰੀ ਦੇ ਉੱਪਰ। ਮਲਟੀਮੀਡੀਆ ਪ੍ਰੋਜੈਕਟ ਤੁਸੀਂ ਬਣਾ ਰਹੇ ਹੋ, ਇਹ ਨਾ ਹੋਵੇ ਕਿ ਤੁਸੀਂ ਇੱਧਰ ਉੱਧਰ ਫਿਰਦੇ ਹੋ, ਡਿਸਟਰੈਕਟ ਹੋ ਰਹੇ ਹੋਗੇ। ਮੇਨ ਜੋ ਕੰਮ ਹੈ ਉਸ ਦੇ ਉੱਪਰ ਫੋਕਸ ਕਰਨਾ। ਅਤੇ ਦੈਨ ਫਿਗਰ ਆਊਟ ਦ ਮੀਡੀਅਮ ਟੂ ਯੂਜ਼ ਫॉर ਈਚ ਪਾਰਟ ਆਫ ਦ ਸਟੋਰੀ। ਠੀਕ ਹੈ, ਸੋ ਫਿਗਰ ਆਊਟ ਕਰਨਾ ਮੀਡੀਅਮ, ਮੈਥਡ ਕਿਹੜਾ ਹੋ ਸਕਦਾ ਹਰ ਇੱਕ ਪਾਰਟ ਨੂੰ, ਸਟੋਰੀ ਦੇ ਹਰ ਇੱਕ ਪਾਰਟ ਨੂੰ ਹੈਂਡਲ ਕਰਨ ਦੇ ਲਈ। ਠੀਕ ਹੈ, ਓਕੇ। ਉਸ ਤੋਂ ਬਾਅਦ ਰਫ ਸਟੋਰੀ ਬੋਰਡਿੰਗ ਕਿਵੇਂ ਕਰਨੀ ਹੈ? ਰਫ ਸਟੋਰੀ ਬੋਰਡਿੰਗ ਦੇ ਲਈ ਤੁਸੀਂ ਕੁਛ ਕੰਮ ਕਰਨੇ ਨੇ, ਤੁਸੀਂ ਉਹ ਦੇਖੋ ਕਿਹੜੇ ਕਿਹੜੇ ਕੰਮ ਕਰਨੇ ਨੇ। ਠੀਕ ਹੈ, ਸੋ ਸਭ ਤੋਂ ਪਹਿਲਾਂ ਹੈ ਤੁਹਾਡੇ ਕੋਲ ਡਿਸਾਈਡ ਵਟ ਪੀਸ ਆਫ ਦ ਸਟੋਰੀ ਵਰਕ ਬੈਸਟ ਇਨ ਦ ਵੀਡੀਓ। ਸਭ ਤੋਂ ਪਹਿਲਾਂ ਇਹ ਡਿਸਾਈਡ ਕਰੋ ਕਿ ਕਿਹੜੇ ਕਿਹੜੇ ਪੀਸ ਨੇ ਸਟੋਰੀ ਦੇ ਜਿਹੜੇ ਤੁਹਾਡੇ ਵੀਡੀਓ 'ਚ ਵਧੀਆ ਲੱਗਣਗੇ। ਫਿਰ ਸਟਿਲ ਫੋਟੋਜ਼ ਦੇ ਰਿਲੇਟਡ ਕਿਹੜੇ ਵਧੀਆ ਲੱਗਣਗੇ। ਫਿਰ ਆਡੀਓ ਕਿਹੜੀ ਵਧੀਆ ਲੱਗੇਗੀ ਤੁਹਾਡੇ ਲਈ। ਠੀਕ ਹੈ, ਦੈਨ ਕਿਹੜੇ ਸਟੋਰੀ ਪਾਰਟ ਦੇ ਲਈ ਤੁਹਾਡੇ ਕੋਲ ਗ੍ਰਾਫਿਕਸ ਵਧੀਆ ਕੰਮ ਕਰਨਗੇ, ਕਿੱਥੇ ਮੈਪ ਦੀ ਲੋੜ ਹੈ, ਦੈਨ ਕਿੱਥੇ ਟੈਕਸਟ ਦੀ ਲੋੜ ਹੈ, ਦੈਨ ਕਿੱਥੇ ਇਨਫੋਰਮੇਸ਼ਨ ਨੂੰ ਕੰਪਲੀਮੈਂਟਰੀ ਬਣਾਇਆ ਜਾ ਸਕਦਾ ਬਟ ਰਿਡੰਡੈਂਟ ਨਹੀਂ। ਕੰਪਲੀਮੈਂਟਰੀ ਦਾ ਮਤਲਬ ਕੀ ਹੁੰਦਾ ਸਟੂਡੈਂਟਸ? ਫੋਰ ਐਗਜ਼ਾਮਪਲ ਮੈਂ ਕੁਛ ਦੱਸ ਰਿਹਾ, ਮੈਂ ਕੋਈ ਟੈਕਸਟ ਦੱਸ ਰਿਹਾ, ਮੇਰੇ ਉਹ ਟੈਕਸਟ ਨੂੰ ਜਸਟੀਫਾਈ ਕਰਨ ਦੇ ਲਈ ਕੋਈ ਵੀਡੀਓ ਹੈ, ਉਹ ਉਸਨੂੰ ਮੈਂ ਕੰਪਲੀਮੈਂਟਰੀ ਕਹੂੰਗਾ, ਉਸਨੂੰ ਮੈਂ ਰਿਡੰਡੈਂਟ ਨਹੀਂ ਕਹੂੰਗਾ। ਬਟ ਅਗਰ ਮੰਨ ਲਓ ਟੈਕਸਟ ਦੇ ਵਿੱਚ ਵੀ ਮੈਂ ਇਹੀ ਦੱਸਿਆ ਕਿ 2020 ਦੇ ਵਿੱਚ ਮਤਲਬ ਇੱਕ ਕਰੋਨਾ ਪੈਂਡੈਮਿਕ ਇੱਦਾਂ ਹੋਇਆ, ਅਤੇ ਉਹੀ ਮੈਂ ਚੀਜ਼ ਵੀਡੀਓ ਦੇ ਵਿੱਚ ਵੀ ਦੱਸ ਰਿਹਾਗਾ, ਤਾਂ ਫਿਰ ਉਹ ਕਾਪੀ ਹੋ ਗਿਆ, ਜਮਾਂ ਕਾਪੀ ਹੋ ਗਿਆ। ਦੈਨ ਇੰਟਰੈਕਟੀਵਿਟੀ। ਇੰਟਰੈਕਟੀਵਿਟੀ ਮਤਲਬ ਤੁਸੀਂ ਕਿ ਜਿਹੜਾ ਸੁਣਨ ਵਾਲਾ ਹੈਗਾ ਉਸਨੂੰ ਕੋਈ ਇੰਟਰੈਕਟੀਵਿਟੀ ਦੇ ਰਹੇ ਹੋਗੇ, ਕਿ ਉਹ ਵੀਡੀਓ ਨਾਲ ਇੰਟਰੈਕਟ ਕਰ ਪਾ ਰਿਹਾ ਹੈਗਾ, ਕਿ ਉਹ ਵੀਡੀਓ ਦੇ ਵਿੱਚ ਕੋਈ ਆਪਣੀ ਅਗਰ ਇਨਪੁਟ ਦਿੰਦਾ ਹੈ ਤਾਂ ਉਹਨੂੰ ਵੀਡੀਓ ਉੱਦਾਂ ਅੱਗੇ ਚੇਂਜ ਹੁੰਦੀ ਦਿਖਦੀ ਹੈ। ਠੀਕ ਹੈ, ਸੋ ਇਹ ਸਾਰੀਆਂ ਚੀਜ਼ਾਂ ਆਪਾਂ ਦੇਖਣੀਆਂ ਨੇ ਰਫ ਸਟੋਰੀ ਬੋਰਡਿੰਗ ਦੇ ਵਿੱਚ। ਸੋ ਓਕੇ ਸਟੂਡੈਂਟਸ, ਸੋ ਨੈਕਸਟ ਲੈਕਚਰ ਦੇ ਵਿੱਚ ਆਪਾਂ ਸਟਾਰਟ ਕਰਾਂਗੇ ਫਲੈਸ਼, ਮੈਕਰੋਮੀਡੀਆ ਫਲੈਸ਼ ਦੇ ਸੈਕਸ਼ਨਸ ਕੀ ਨੇ, ਆਪਾਂ ਇਹ ਚੀਜ਼ਾਂ ਦੇਖਾਂਗੇ। ਸੋ ਥੈਂਕ ਯੂ ਵਨਸ ਅਗੇਨ ਫॉर ਲਿਸਨਿੰਗ।